ਬੇਨਤੀ ਕਰਾਂਗਾ ਮੈਂ ਵੀਰ MP ਸਿੰਘ ਜੀ ਨੂੰ, ਉਹ ਵੀ ਫਤਿਹ ਬੁਲਾ ਕੇ ਸਾਂਝ ਪਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो आओ मूल मंत्र का पाठ करिए। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहगुरु 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 वाहगुरु। वाहिगुरु जी का खालसा, वाहिगुरु जी की फतेह। अनम्यूट कर लो तेजिंदर सिंह जी करो। हाँ जी ਵੀਰ ਜੀ, ਅੱਜ ਜੋ ਸਾਨੂੰ ਸਵਾਲ ਮਿਲੇ ਹਨ, ਉਹਨਾਂ ਸਵਾਲਾਂ ਵਿੱਚੋਂ ਕੁਝ ਜਿਹੜੇ ਹਨ ਸਰੋਤਾਂ ਨਾਲ ਸੰਬੰਧਿਤ ਹਨ, ਇਤਿਹਾਸਕ ਹਨ, ਔਰ ਉਸ ਤੋਂ ਬਾਅਦ ਕੁਝ ਗੁਰਬਾਣੀ ਦੇ ਜਿਹੜੇ ਉਚਾਰਨ ਬਾਰੇ ਸਵਾਲ ਹਨ, ਔਰ ਇਸ ਦੇ ਵਿੱਚੋਂ ਹੀ ਗੁਰਬਾਣੀ ਦੇ ਜੋ ਪੰਕਤੀਆਂ ਸ਼ਬਦ ਹਨ ਉਹਨਾਂ ਦੇ ਵੀ ਜਿਹੜੇ ਹਨ ਉਹਤੇ ਵਿਚਾਰ ਸਾਂਝੇ ਕਰਨੇ ਹਨ। ਔਰ ਇੱਕ ਅੱਜ ਬੜਾ ਜ਼ਰੂਰੀ ਇੱਕ ਸਵਾਲ ਹੈਗਾ ਕਿ ਜਿਹੜੀ ਅੱਜ ਕੱਲ ਬੜੀ ਖੁਸ਼ਖਤ ਜਿਹੜੀ ਹੈ, ਜਿਹਨੂੰ ਕੈਲੋਗ੍ਰਾਫੀ ਕਹਿੰਦੇ ਨੇ, ਲਫ਼ਜ਼ ਬੜੇ ਸੁੰਦਰ ਤਰੀਕੇ ਨਾਲ ਬਣਾ ਕਰਕੇ ਲਿਖੇ ਜਾਂਦੇ ਹਨ, ਉਹ ਵੀ ਸਾਡੇ ਕੋਲ ਹਨ। ਤੋ ਸਭ ਤੋਂ ਪਹਿਲਾਂ ਜੋ ਸਵਾਲ ਅੱਜ ਅਸੀਂ ਲੈ ਰਹੇ ਹਾਂ ਉਹ ਹੈ ਕਿ ਪੁਰਾਤਨ ਕੁਝ ਲਿਖਤਾਂ ਕੈਲੀਗਰੀ ਕਿਸਮ ਦੀਆਂ ਮਿਲਦੀਆਂ ਹਨ। ਸਵਾਲਕਰਤਾ ਦਾ ਇਹ ਖਿਆਲ ਹੈ ਤੇ ਨਾਲ ਸਵਾਲ ਵੀ ਹੈ ਕਿ ਇਸ ਨੂੰ ਪ੍ਰਚਲਿਤ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਤੋ ਇਸ ਬਾਰੇ ਜਵਾਬ ਦੇ ਰਹੇ ਹਨ ਭੈਣ ਮਨਿੰਦਰ ਕੌਰ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਸਵਾਲ ਦਾ ਜਵਾਬ ਦੇਣ ਵਿਸਤਾਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਸਵਾਲ ਦੱਸਿਆ ਹੀ ਹੈ ਕਿ ਪੁਰਾਤਨ ਕੁਝ ਲਿਖਤਾਂ ਕੈਲੀਗ੍ਰਾਫੀ ਕਿਸਮ ਦੀਆਂ ਮਿਲਦੀਆਂ ਹਨ, ਸੋ ਇਸ ਨੂੰ ਪ੍ਰਚਲਿਤ ਕਰਨਾ ਚਾਹੀਦਾ ਹੈ ਕਿ ਨਹੀਂ। ਤੋ ਕੈਲੀਗ੍ਰਾਫੀ ਇੱਕ ਲਿਖਣ ਦੀ ਕਲਾ ਹੈ ਜਿਸ ਨੂੰ ਅੱਖਰਕਾਰੀ ਵੀ ਕਿਹਾ ਜਾਂਦਾ ਹੈ। ਪਹਿਲਾਂ ਜਦ ਲਿਖਦੇ ਹੁੰਦੇ ਸੀ ਤੇ ਜਿਹੜੀ ਲੱਕੜੀ ਦੀ ਜਾਂ ਕਾਨੇ ਦੀ ਕਲਮ ਹੁੰਦੀ ਸੀ ਉਹ ਸੌਫਟ ਹੁੰਦੀ ਸੀ, ਉਸਨੂੰ ਪੁਆਇੰਟ ਕਰਨਾ ਆਸਾਨ ਹੁੰਦਾ ਸੀ ਤੇ ਉਸਨੂੰ ਕਲਮ ਬਣਾ ਕੇ ਤੇ ਲਿਖਿਆ ਜਾਂਦਾ ਸੀ ਸਿਆਹੀ ਦੇ ਵਿੱਚ ਡੋਬ ਕੇ। ਤੇ ਉਸਦਾ ਹੀ ਰੂਪ ਜਿਹੜਾ ਹੈ ਉਹ ਕੈਲੀਗ੍ਰਾਫੀ ਹੈ। ਪੁਰਾਤਨ ਹਸਤਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੈਲੀਗ੍ਰਾਫੀ ਵਿੱਚ ਲਿਖੇ ਹੋਏ ਮਿਲਦੇ ਹਨ। ਉਹਨਾਂ ਵਿੱਚ ਖਾਸ ਕਰਕੇ ਮੂਲ ਮੰਤਰ ਕੈਲੀਗ੍ਰਾਫੀ ਵਿੱਚ ਲਿਖਿਆ ਹੁੰਦਾ ਹੈ। ਅੱਖਰ ਲਿਖੇ ਹੋਏ ਸੋਹਣੇ ਲੱਗਦੇ ਹਨ। ਪਹਿਲਾਂ ਤਾਂ ਕਲਮ ਦਵਾਤ ਦੀ ਲੋੜ ਪੈਂਦੀ ਸੀ ਤੇ ਹੁਣ ਪੈਨ ਜਾਂ ਬ੍ਰਸ਼ ਪੈਨ ਵੀ ਇਸ ਤਰ੍ਹਾਂ ਦੇ ਆ ਗਏ ਹਨ ਕਿ ਜਿਸ ਨਾਲ ਕੈਲੀਗ੍ਰਾਫੀ ਵਿੱਚ ਲਿਖਿਆ ਜਾ ਸਕਦਾ ਹੈ। ਇਸ ਨੂੰ ਲਿਖਣ ਲਈ ਪਹਿਲੇ ਜੋ ਸਟ੍ਰੋਕ ਸਿਖਾਏ ਜਾਂਦੇ ਹਨ ਉਹਨਾਂ ਨੂੰ ਨੁਹਾਰ ਕਹਿੰਦੇ ਹਨ। ਅਲੱਗ-ਅਲੱਗ ਅੱਖਰ ਲਿਖਣ ਲਈ ਉਹਨਾਂ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ। ਇਸ ਨਾਲ ਬੱਚੇ ਜੋ ਸਿੱਖਦੇ ਹਨ ਉਹਨਾਂ ਦੀ ਹੈਂਡਰਾਈਟਿੰਗ ਵੀ ਸੁੰਦਰ ਸੋਹਣੀ ਹੋ ਜਾਂਦੀ ਹੈ ਤੇ ਬਰੀਕੀ ਨਾਲ ਦੇਖਣ ਦਾ ਨਜ਼ਰੀਆ ਵੀ ਆ ਜਾਂਦਾ ਹੈ। ਕਈ ਲਿਖਾਰੀ ਅਸੀਂ ਦੇਖਦੇ ਹਾਂ ਕਿ ਉਸਦੀ ਅਤ ਵਰਤੋਂ ਕਰਦੇ ਹਨ ਤੇ ਉਸਦੇ ਜੋ ਕਰਵ ਹੁੰਦੇ ਹਨ ਉਹ ਬਹੁਤ ਜ਼ਿਆਦਾ ਲਗਾ ਦਿੰਦੇ ਹਨ, ਜਿਸ ਨਾਲ ਨਵੇਂ ਪੜ੍ਹਨ ਵਾਲੇ ਨੂੰ ਪੜ੍ਹਨ ਵਿੱਚ ਦਿੱਕਤ ਹੁੰਦੀ ਹੈ। ਇਸ ਲਈ ਕੈਲੀਗ੍ਰਾਫੀ ਦੀ ਵਰਤੋਂ ਗੁਰਬਾਣੀ ਲਿਖਣ ਲਈ ਜਦ ਕਰਦੇ ਹਾਂ ਤੇ ਜਿਹੜੇ ਕਰਵ ਦਾ ਉਪਯੋਗ ਹੈ ਉਹ ਘੱਟ ਕਰਨਾ ਚਾਹੀਦਾ ਹੈ। ਤੇ ਹਿੰਦੀ, ਇੰਗਲਿਸ਼, ਉਰਦੂ ਸਾਰੀਆਂ ਹੀ ਭਾਸ਼ਾਵਾਂ ਵਿੱਚ ਕੈਲੀਗ੍ਰਾਫੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚੇ ਸ਼ੌਂਕ ਨਾਲ ਸਿੱਖਦੇ ਵੀ ਹਨ ਤੇ ਸਕੂਲ ਵਿੱਚ ਪੋਸਟਰ ਬਣਾਉਣ ਲਈ ਜਾਂ ਨਾਮ ਲਿਖਣ ਲਈ ਇਸ ਦੀ ਵਰਤੋਂ ਵੀ ਕਰਦੇ ਹਨ। ਇਹ ਲਿਖਣ ਦੀ ਕਲਾ ਹੈ। ਅੱਜ ਸਭ ਕੁਝ ਟਾਈਪ ਕੀਤਾ ਜਾ ਰਿਹਾ ਹੈ ਮੋਬਾਈਲ ਤੇ, ਕੰਪਿਊਟਰ ਤੇ। ਹਾਲਾਂਕਿ ਕੈਲੀਗ੍ਰਾਫੀ ਦਾ ਫੌਂਟ ਵੀ ਮਿਲ ਜਾਂਦਾ ਹੈ, ਪਰ ਜੋ ਬੱਚੇ ਸਿੱਖਦੇ ਹਨ ਉਹਨਾਂ ਦੀ ਹੈਂਡਰਾਈਟਿੰਗ ਵਿੱਚ ਸੁਧਾਰ ਤਾਂ ਹੁੰਦਾ ਹੀ ਹੈ, ਨਾਲ ਹੀ ਬਰੀਕੀ ਨਾਲ ਦੇਖਣ ਦਾ ਨਜ਼ਰੀਆ ਵੀ ਬਣ ਜਾਂਦਾ ਹੈ। ਖਾਸ ਕਰਕੇ ਆਰਕੀਟੈਕਟ ਬੱਚੇ ਇਸ ਨੂੰ ਸਿੱਖ ਰਹੇ ਹਨ। ਸੋ ਇਹ ਸਾਰੀਆਂ ਹੀ ਭਾਸ਼ਾਵਾਂ ਵਿੱਚ ਜਿਸ ਤਰ੍ਹਾਂ ਪਹਿਲੇ ਗੱਲ ਕੀਤੀ ਹੈ ਕਿ ਪ੍ਰਚਲਿਤ ਹੈ। ਤੇ ਗੁਰਬਾਣੀ ਦੇ ਕੋਰਸ ਦੀਆਂ ਜਿਹੜੀਆਂ ਫਰੇਮ ਮਿਲਦੀਆਂ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਗਿਫਟ ਦੇਣ ਔਰ ਸਨਮਾਨ ਚਿੰਨ੍ਹ ਦੇਣ ਲਈ ਕੀਤੀ ਜਾ ਰਹੀ ਹੈ, ਅੱਜ ਕੱਲ੍ਹ ਕਰਦੇ ਹਾਂ। ਤੇ ਜਿਵੇਂ ਕਿ ਪਹਿਲਾਂ ਵੀ ਕਿਹਾ ਹੈ ਕਿ ਗੁਰਬਾਣੀ
ਲਿਖਣ ਲੱਗਿਆਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮੂਲ ਅੱਖਰ ਕਰ ਦੇ ਚੱਕਰ ਵਿੱਚ ਗਵਾਚ ਨਾ ਜਾਏ। ਤੇ ਕਿਉਂਕਿ ਅੱਜ ਪ੍ਰਿੰਟਡ ਪੜ੍ਹਨ ਦੀ ਆਦਤ ਹੋ ਗਈ ਹੈ, ਇਸ ਲਈ ਹਸਤਲਿਖਿਤ ਪੜ੍ਹਨਾ ਜਰਾ ਔਖਾ ਲੱਗਦਾ ਹੈ। ਸੋ ਇਸਨੂੰ ਹਰ ਕੋਈ ਨਹੀਂ ਪੜ੍ਹ ਸਕਦਾ ਹੈ, ਇਸ ਲਈ ਸੌਖੀ ਪੜ੍ਹਨ ਲਈ ਕੈਲੀਗ੍ਰਾਫੀ ਨੂੰ ਆਮ ਵਰਤੋਂ ਵਿੱਚ ਜੇ ਨਾ ਲਿਆਈਏ ਤੇ ਜ਼ਿਆਦਾ ਚੰਗਾ ਹੈ। ਵੈਸੇ ਇੱਕ ਕਲਾ ਦੀ ਤਰ੍ਹਾਂ ਇਸਨੂੰ ਸਿੱਖਣਾ ਫਾਇਦੇਮੰਦ ਹੈ, ਸਿੱਖਣਾ ਵੀ ਚਾਹੀਦਾ ਹੈ ਔਰ ਬੱਚੇ ਸਿੱਖਦੇ ਵੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਮਨਿੰਦਰ ਕੌਰ ਜੀ। ਆਪ ਜੀ ਰੁਕਣਾ ਆਪ ਜੀ ਵਾਸਤੇ ਇੱਕ ਹੋਰ ਸਵਾਲ ਵੀ ਹੈ। ਤੇ ਮੈਂ ਇਹ ਬੇਨਤੀ ਕਰ ਰਿਹਾ ਸੀਗਾ ਕਿ ਜਿਵੇਂ ਭੈਣ ਜੀ ਨੇ ਦੱਸਿਆ ਹੈ ਕਿ ਇਹਦੇ ਨਾਲ ਕੈਲੀਗ੍ਰਾਫੀ ਨਾਲ ਹੈਂਡਰਾਈਟਿੰਗ ਦੇ ਵਿੱਚ ਵੀ ਸੁਧਾਰ ਆਉਂਦਾ ਹੈ ਤੇ ਨਵੀਂ ਜਨਰੇਸ਼ਨ ਵਿੱਚ ਇਹਨੂੰ ਸਿੱਖਣ ਵਾਸਤੇ ਕਾਫੀ ਜਿਹੜੀ ਹੈ ਉਹ ਇੰਟਰਸਟ ਵੀ ਦਿਖਾ ਰਹੇ ਹਨ। ਲੇਕਿਨ ਜਿੱਥੇ ਤੱਕ ਗੁਰਬਾਣੀ ਦਾ ਸਵਾਲ ਹੈ, ਕਿ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਇੱਕ ਓਂਕਾਰ ਦਾ ਊੜੇ ਨੂੰ ਜਾਂ ਏਕੇ ਨੂੰ ਬੜੇ ਹੋਰ ਜਿਹੇ ਤਰੀਕੇ ਦੇ ਨਾਲ ਘੁਮਾਇਆ ਜਾਂਦਾ ਹੈ, ਜਿਹਦੇ ਨਾਲ ਕਿ ਜੋ ਅਸਲੀ ਸਰੂਪ ਹੈ, ਜਿਵੇਂ ਇੱਕ ਓਂਕਾਰ ਹੈ ਤੇ ਉਹ ਜਿਹੜੀ ਕਾਰ ਹੈ ਉਸ ਨੂੰ ਪਤਾ ਨਹੀਂ ਕਿਹੜੇ ਪਾਸੇ ਵੱਲ ਕਦੀ ਨੀਵੀਂ ਲੈ ਜਾਂਦੇ ਨੇ, ਕਦੀ ਹੋਰ ਕਿਤੇ ਜਗ੍ਹਾ ਘੁਮਾ ਦਿੰਦੇ ਨੇ, ਤੇ ਏਕੇ ਨੂੰ ਵੀ ਬੜਾ ਟੇਢਾ ਜਿਹਾ ਜਿਵੇਂ ਸੋਟੀ ਟੇਢੀ ਕਰ ਦਿੰਦੇ ਨੇ। ਇਸ ਤਰ੍ਹਾਂ ਕੀਤਾ ਜਾਂਦਾ, ਇਹ ਗੁਰਬਾਣੀ ਦਾ ਨਿਰਾਦਰ ਹੈ। ਤੋ ਇਸ ਕਰਕੇ ਮੈਂ ਤੇ ਇਹੀ ਗੱਲ ਕਹਾਂਗਾ ਕਿ ਜੇ ਤੁਸੀਂ ਪੰਜਾਬੀ ਦੇ ਵਿੱਚ ਕੈਲੀਓਗ੍ਰਾਫੀ ਬਣਾਉਣੀ ਹੈ ਤੇ ਉਹ ਜੀ ਸਦਕੇ ਬਣਾਓ, ਲੇਕਿਨ ਗੁਰਬਾਣੀ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਉਸ ਤਰ੍ਹਾਂ ਹੀ ਰਹਿਣ ਦੇਣਾ ਤੇ ਚੰਗਾ ਲੱਗੇਗਾ। ਹਾਂ, ਬਹੁਤਾ ਇਸ ਦੇ ਉੱਪਰ ਜਿਹੜੀ ਹੈ ਧਿਆਨ ਦੇਣ ਦੀ ਲੋੜ ਹੈ ਸਾਨੂੰ। ਤੇ ਬਾਕੀ ਮੈਂ ਧੰਨਵਾਦ ਕਰਦਾ ਭੈਣ ਮਨਿੰਦਰ ਕੌਰ ਜੀ ਦਾ। ਤੇ ਇੱਕ ਸਰਦਾਰ ਕਿੱਕਰ ਸਿੰਘ ਜੀ ਦਾ ਸਵਾਲ ਹੈ, ਉਹ ਵੀ ਸ਼ਾਇਦ ਭੈਣ ਜੀ ਨੇ ਜਵਾਬ ਦੇਣਾ ਹੈ ਕਿ ਮਲ ਉਜਈ ਭਰਿਆ ਨੀਲਾ ਕਾਲਾ ਖਜੋ ਅੜੜਾ ਤਿੰਨ ਵੇਮੁਖੇ ਨੂੰ ਪਾਇਆ। ਤੋ ਇਹ ਸਵਾਲ ਵੀ ਭੈਣ ਜੀ ਨੂੰ ਬੇਨਤੀ ਹੈ ਕਿ ਇਸ ਨੂੰ ਵੀ ਸਮਝਾਉਣ ਸਾਨੂੰ ਕਿ ਇਹ ਜਿਹੜੀ ਮੁਸ਼ਕਲ ਜਿਹੀ ਭਾਸ਼ਾ ਹੈ, ਲਫ਼ਜ਼ ਜਿਹੜੇ ਹਨ ਇਹਨਾਂ ਦੇ ਅਰਥ ਭਾਵ ਕੀ ਹਨ, ਲਫ਼ਜ਼ਾਂ ਦੇ ਅਰਥ ਕੀ ਹਨ, ਤੇ ਫਿਰ ਸਮੁੱਚੇ ਇਸ ਪੰਕਤੀ ਦਾ ਕੀ ਅਰਥ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਸਮਝ ਆ ਸਕੇ। ਭੈਣ ਮਨਿੰਦਰ ਕੌਰ ਜੀ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਹੈ ਕਿ ਇਹ ਸਵਾਲ ਦੋ ਭਾਗਾਂ ਵਿੱਚ ਪੁੱਛਿਆ ਗਿਆ ਹੈ। ਪਹਿਲਾ ਹੈ ਕਿ ਪੰਕਤੀ ਹੈ ਮਲ ਜੂਈ ਭਰਿਆ ਨੀਲਾ ਕਾਲਾ ਕਾਲਾ ਖਿਦੋਲੜਾ ਤਿੰਨ ਵੇਮੁਖੇ ਨੇ ਨੋ ਪਾਇਆ। ਇਸ ਦੇ ਅਰਥ ਭਾਵ ਕੀ ਹਨ ਅਤੇ ਇਸ ਸ਼ਲੋਕ ਦਾ ਇਤਿਹਾਸਕ ਪਿਛੋਕੜ ਕੀ ਹੈ। ਸੋ ਜੇ ਅਸੀਂ ਇਸ ਦਾ ਪਹਿਲੇ ਇਤਿਹਾਸਕ ਪਿਛੋਕੜ ਸਮਝ ਲੈਂਦੇ ਹਾਂ ਤੇ ਸਾਨੂੰ ਇਸ ਨੂੰ ਸਮਝਣ ਵਿੱਚ ਮਦਦ ਮਿਲੇਗੀ। ਇਸ ਵਾਸਤੇ ਪਹਿਲਾਂ ਮੈਂ ਇਸ ਦਾ ਇਤਿਹਾਸਕ ਜੋ ਪਿਛੋਕੜ ਹੈ, ਜੋ ਦੂਜਾ ਭਾਗ ਹੈ, ਉਸ ਦੀ ਗੱਲ ਕਰਾਂਗੀ ਕਿ ਇਸ ਦਾ ਪਿਛੋਕੜ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜਾਤ ਹੰਕਾਰੀਆਂ ਨੇ ਈਰਖਾ ਖਾਤਰ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਕਿ ਅਖੌਤੀ ਉੱਚੀ ਜਾਤੀ ਦੇ ਲੋਕ ਨਹੀਂ ਚਾਹੁੰਦੇ ਹਨ ਕਿ ਕਹਿ ਜਾਂਦੇ ਨੀਵੀਂ ਜਾਤ ਦੇ ਲੋਕ ਅਤੇ ਖੱਤਰੀ ਬ੍ਰਾਹਮਣ ਇੱਕ ਪੰਗਤ ਵਿੱਚ ਬੈਠਣ, ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਜਾਂ ਇੱਕ ਪੰਗਤ ਵਿੱਚ ਬੈਠਣ। ਗੁਰੂ ਘਰ ਦੀ ਮਰਿਆਦਾ ਪਹਿਲਾਂ ਪੰਗਤ ਪਾਛੇ ਸੰਗਤ ਦੀ ਹੈ ਅਤੇ ਬੌਲੀ ਸਾਹਿਬ ਵੀ ਸਾਂਝੇ ਇਸ਼ਨਾਨ ਦੀ ਪਿਰਤਪਾਨ ਕਰਕੇ ਅਖੌਤੀ ਜਾਤ ਹੰਕਾਰੀਆਂ ਨੇ ਗੁਰੂ ਘਰ ਦੀ ਵਿਰੋਧਤਾ ਕੀਤੀ। ਗੋਇੰਦੇ ਨੇ ਗੁਰੂ ਦਾ ਜੋ ਕਿ ਗੁਰੂ ਦਾ ਸ਼ਰਧਾਲੂ ਸੀ, ਜਿਸ ਨੂੰ ਕਿ ਗੋਂਦਾ ਵੀ ਕਿਹਾ ਜਾਂਦਾ ਹੈ, ਇਸਨੇ ਗੁਰੂ ਜੀ ਨੂੰ ਜ਼ਮੀਨ ਭੇਟ ਕੀਤੀ ਸੀ ਤੇ ਗੁਰੂ ਅਮਰਦਾਸ ਜੀ ਲਈ ਆਪ ਆਪਣੇ ਵੱਲੋਂ ਸੁੰਦਰ ਨਿਵਾਸ ਸਥਾਨ ਬਣਵਾ ਕੇ ਭੇਟ ਵੀ ਕੀਤਾ ਸੀ। ਪਰ ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਨੂੰ ਕੁਝ ਸਨਾਤਨ ਧਰਮੀਆਂ ਨੇ ਗੁਰੂ ਸਾਹਿਬ ਜੀ ਦੇ ਵਿਰੁੱਧ ਪ੍ਰੇਰਿਆ। ਉਸਨੇ ਲਾਹੌਰ ਦੇ ਨਵਾਬ ਖਵਾਜਾ ਖਾਨ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਮੇਰੇ ਪਿਤਾ ਦੀ ਜ਼ਮੀਨ ਤੇ ਇੱਕ ਸਾਧੂ ਨੇ ਕਬਜ਼ਾ ਕਰ ਲਿਆ ਹੈ। ਤੇ ਨਵਾਬ ਖਵਾਜਾ ਖਾਨ ਆਪ ਲਾਹੌਰ ਤੋਂ ਗੋਬਿੰਦਵਾਲ ਆਇਆ। ਜਦ ਅਸਲੀਅਤ ਦਾ ਉਸਨੂੰ ਪਤਾ ਚੱਲਿਆ ਤਾਂ ਨਵਾਬ ਨੇ ਉਹ ਦਾਵਾ ਖਾਰਜ ਕਰ ਦਿੱਤਾ। ਫਿਰ ਉਸ ਤੋਂ ਬਾਅਦ ਗੋਇੰਦੇ ਦਾ ਪੁੱਤਰ ਫਿਰ ਦਿੱਲੀ ਅਕਬਰ ਕੋਲ ਫਰਿਆਦੀ ਬਣ ਕੇ ਆਇਆ ਤੇ ਅਕਬਰ ਦੇ ਅਹਿਲਕਾਰਾਂ ਨੇ ਦੱਸਿਆ ਕਿ ਲਾਹੌਰ ਦਾ ਨਵਾਬ ਆਪ ਤਹਿਕੀਕਾਤ ਕਰਕੇ ਇਸ ਦਾਅਵੇ ਨੂੰ ਰੱਦ ਕਰ ਚੁੱਕਾ ਹੈ
ਨਾਲ ਹੀ ਗੁਰੂ ਘਰ ਦੀ ਅਸਲੀਅਤ ਬਾਰੇ ਦੱਸਿਆ ਕਿ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਤੀਜੇ ਵਾਰਸ ਹਨ। ਰੱਬੀ ਫਕੀਰ ਨਿਰਭਉ ਤੇ ਨਿਰਵੈਰ, ਸਾਂਝੀਵਾਲਤਾ ਦੇ ਹਾਮੀ ਤੇ ਮਨੁੱਖਤਾ ਦੇ ਸੇਵਾਦਾਰ ਹਨ। ਉਹਨਾਂ ਦੇ ਦਰਬਾਰ ਵਿੱਚ ਹਰ ਵਕਤ ਲੰਗਰ ਚੱਲਦਾ ਹੈ, ਜਿੱਥੇ ਹਰ ਮਨੁੱਖ, ਇਸਤਰੀ ਪੁਰਸ਼, ਹਿੰਦੂ ਮੁਸਲਮਾਨ, ਸਾਧੂ ਗ੍ਰਸਤੀ, ਅਮੀਰ ਗਰੀਬ, ਬਿਨਾਂ ਕਿਸੇ ਜਾਤ ਪਾਤ ਭੇਦਭਾਵ ਦੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ। ਤੇ ਅਕਬਰ ਪਾਤਸ਼ਾਹ ਨੇ ਵੀ ਇਹ ਮੁਕੱਦਮਾ ਖਾਰਜ ਕਰਕੇ ਗੋਂਦੇ ਦੇ ਪੁੱਤਰ ਨੂੰ ਬੇਇੱਜ਼ਤ ਕਰਕੇ ਦਰਬਾਰ ਵਿੱਚੋਂ ਕੱਢ ਦਿੱਤਾ। ਤੇ ਫਿਰ ਸਨਾਤਨੀਆਂ ਅਖੌਤੀ ਉੱਚ ਜਾਤੀਆਂ ਵਾਲਿਆਂ ਨੇ ਮਿਲ ਕੇ ਗੁਰੂ ਅਮਰਦਾਸ ਜੀ ਵੱਲੋਂ ਹਿੰਦੂ ਧਰਮ ਨੂੰ ਢਾਹ ਲਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਅਕਬਰ ਪਾਸ ਸ਼ਿਕਾਇਤ ਕੀਤੀ ਕਿ ਇਹ ਜਾਤ ਵਰਨ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਨੂੰ ਨਹੀਂ ਮੰਨਦੇ, ਇਹ ਗ੍ਰਸਤੀ ਇਹ ਗਾਇਤਰੀ ਮੰਤਰ ਦਾ ਪਾਠ ਸੰਧਿਆ ਆਦਿ ਨਹੀਂ ਕਰਦੇ, ਇਹਨਾਂ ਦੇਵ ਬਾਣੀ ਸੰਸਕ੍ਰਿਤ ਛੱਡ ਕੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਣੀ ਉਚਾਰੀ ਹੈ ਤੇ ਇਹ ਹੋਰ ਵੀ ਹਿੰਦੂ ਰੀਤੀ ਰਿਵਾਜਾਂ ਜਿਵੇਂ ਮੂਰਤੀ ਪੂਜਾ, ਸ਼ਰਾਧ, ਵਰਤ ਆਦਿ ਨੂੰ ਨਹੀਂ ਮੰਨਦੇ। ਇਸ ਲਈ ਇਹ ਹਿੰਦੂ ਧਰਮ ਲਈ ਖਤਰਾ ਹਨ। ਉਹਨਾਂ ਅਕਬਰ ਨੂੰ ਕਿਹਾ ਕਿ ਤੁਸੀਂ ਸਭ ਦੀਨਾਂ ਦੇ ਰਖਵਾਲੇ ਹੋ ਤੇ ਹਿੰਦੂ ਧਰਮ ਦੇ ਰਖਵਾਲੇ ਵੀ ਤੁਸੀਂ ਹੋ, ਇਸ ਲਈ ਇਸ ਨਵੇਂ ਉਭਰ ਰਹੇ ਧਰਮ ਨੂੰ ਬੰਦ ਕੀਤਾ ਜਾਏ। ਤੇ ਅਕਬਰ ਉਸ ਸਮੇਂ ਲਾਹੌਰ ਆਇਆ ਹੋਇਆ ਸੀ। ਉਸਨੇ ਗੁਰੂ ਸਾਹਿਬ ਜੀ ਨੂੰ ਲਾਹੌਰ ਆਉਣ ਦਾ ਸੱਦਾ ਭੇਜਿਆ ਤੇ ਗੁਰੂ ਜੀ ਨੇ ਆਪਣੀ ਥਾਂ ਭਾਈ ਜੇਠਾ ਜੀ ਨੂੰ ਭੇਜਿਆ। ਭਾਈ ਜੇਠਾ ਜੀ ਨੇ ਗੁਰਮਤ ਦਾ ਪੱਖ ਇੰਨੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਅਕਬਰ ਸੁਣ ਕੇ ਗਦਗਦ ਹੋ ਗਿਆ। ਇਹ ਮੁਕੱਦਮਾ ਵੀ ਅਕਬਰ ਨੇ ਖਾਰਜ ਕਰ ਦਿੱਤਾ ਅਤੇ ਗੁਰੂ ਜੀ ਦੇ ਦਰਸ਼ਨਾਂ ਦੀ ਖਾਹਿਸ਼ ਪ੍ਰਗਟ ਕੀਤੀ ਤੇ ਨਗਰ ਵਿੱਚ ਜਿਤਨੀ ਉਸਾਰੀ ਹੋਣੀ ਸੀ ਉਸ ਲਈ ਸਿੱਖਾਂ ਨੇ ਜ਼ਮੀਨ ਗੋਇੰਦੇ ਤੋਂ ਜਾਂ ਉਸਦੇ ਲੜਕਿਆਂ ਤੋਂ ਮੁੱਲ ਲਈ ਸੀ। ਇੱਥੋਂ ਤੱਕ ਕਿ ਬੌਲੀ ਵਾਲੀ ਧਰਤੀ ਵੀ ਸਿੱਖ ਸੰਗਤਾਂ ਨੇ ਮੁੱਲ ਖਰੀਦੀ ਸੀ। ਹਰੀਪੁਰ ਦੇ ਸਰਦਾਲੂ ਸਿੱਖ ਰਾਜੇ ਨੇ ਇਮਾਰਤੀ ਲੱਕੜੀ ਗੁਰੂ ਜੀ ਨੂੰ ਰਿਆਇਤੀ ਦਰ ਤੇ ਘੱਲੀ ਸੀ ਤੇ ਗੋਇੰਦਵਾਲ ਦੇ ਇਲਾਕੇ ਵਿੱਚ ਇਮਾਰਤੀ ਲੱਕੜੀ ਦੀ ਥੁੜ ਹੋਣ ਦੇ ਬਾਵਜੂਦ ਗੋਇੰਦਵਾਲ ਵਿੱਚ ਉਸਾਰੀ ਕਰਨ ਵਾਲੇ ਕਿਸੇ ਬੰਦੇ ਨੂੰ ਇਸ ਥੋੜ ਦੀ ਔਂਕੜ ਨਹੀਂ ਆਈ। ਫਿਰ ਸਿੱਖਾਂ ਨੇ ਹੀ ਨਹੀਂ, ਨਗਰ ਵਿੱਚ ਮਕਾਨ ਪਾਉਣ ਵਾਲੇ ਹਰ ਬੰਦੇ ਨੂੰ ਗੁਰੂ ਜੀ ਨੇ ਇਹ ਲੱਕੜ ਮੁਫਤ ਵੰਡੀ ਸੀ। ਦੂਜੇ ਲੋਕ ਸੀ ਉਹਨਾਂ ਨੂੰ ਵੀ ਉਹਨਾਂ ਨੇ ਇਹ ਲੱਕੜ ਮੁਫਤ ਵੰਡੀ ਸੀ। ਦਰਅਸਲ ਚਾਹਤਾ ਬਿਮਾਨੀ ਸਿੱਖੀ ਲਹਿਰ ਦੀ ਚੜਤਲ ਅਤੇ ਸਿਧਾਂਤਕ ਮਤਭੇਦ ਤੋਂ ਬਹੁਤ ਪਰੇਸ਼ਾਨ ਸਨ। ਆਸ-ਪਾਸ ਦੇ ਇਲਾਕੇ ਵਿੱਚ ਗੁਰੂ ਨਾਨਕ ਮਤ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਸੀ ਤੇ ਗੋਇੰਦਵਾਲ ਤਾਂ ਉਂਝ ਹੀ ਸਿੱਖ ਨਗਰ ਦੇ ਰੂਪ ਵਿੱਚ ਉਸਰ ਰਿਹਾ ਸੀ ਤੇ ਸਿੱਖੀ ਦੇ ਇਕੱਠ ਦਿਨ ਬ ਦਿਨ ਬਹੁਤ ਵੱਡੇ ਹੋਣ ਲੱਗ ਪਏ ਸਨ। ਲੰਗਰ ਅਤੇ ਬੌਲੀ ਨੇ ਜਾਤ ਅਭਿਮਾਨੀਆਂ ਨੂੰ ਬਹੁਤ ਹੀ ਪਰੇਸ਼ਾਨ ਕਰ ਰੱਖਿਆ ਸੀ। ਹੋਰ ਕੋਈ ਪੇਸ਼ ਨਾ ਜਾਂਦੀ ਸੀ। ਇਹ ਵੇਖ ਕੇ ਬ੍ਰਾਹਮਣਾਂ ਨੇ ਹੋਰ ਦੂਸਰੇ ਜਾਤ ਅਭਿਮਾਨੀਆਂ ਨੇ ਗੋਇੰਦੇ ਦੇ ਮੁੰਡਿਆਂ ਨੂੰ ਹੀ ਜਾ ਚੁੱਕਿਆ, ਪਰ ਆਮ ਲੋਕਾਂ ਨੇ ਗੁਰੂ ਮਹਾਰਾਜ ਜੀ ਦੀ ਉੱਚੀ ਰੂਹਾਨੀ ਤਾਲੀਮ, ਸਮਾਜ ਸੁਧਾਰ, ਪਰਉਪਕਾਰ ਭਰੇ ਕੰਮਾਂ ਤੇ ਉਹਨਾਂ ਦੀ ਉੱਚੀ ਸੁੱਚੀ ਸ਼ਖਸੀਅਤ ਦੀ ਸ਼ਲਾਘਾ ਕੀਤੀ। ਪਰ 3-4 ਵਾਰ ਜਲੀਲ ਹੋਣ ਕਾਰਨ ਮਰਵਾ ਚੌਧਰੀ ਨੇ ਜਾਤ ਅਭਿਮਾਨੀਆਂ ਦੀ ਚੁੱਕ ਵਿੱਚ ਆ ਕੇ ਅਕਬਰ ਬਾਦਸ਼ਾਹ ਦੇ ਦਰਬਾਰ ਵੱਲ ਮੂੰਹ ਕੀਤਾ ਤੇ ਉੱਥੋਂ ਦੇ ਉਸ ਵਕਤ ਦਾ ਜੋ ਰਿਵਾਜ ਸੀ ਉਸ ਦੇ ਮੁਤਾਬਕ ਫਰਿਆਦੀ ਹੋਇਆ ਤੇ ਇਸ ਕੰਮ ਲਈ ਚੌਧਰੀ ਨੇ ਆਪਣੇ ਸਿਆਣੇ ਤੇ ਚਤੁਰ ਮੁਲਾਜ਼ਮ ਨੂੰ ਨਾਲ ਲਿਆ। ਉਸਨੇ ਬਾਦਸ਼ਾਹ ਪਾਸ ਇਸ ਦੀ ਅਪੀਲ ਕਰਨ ਲਈ ਵਿਧੀ ਪੂਰਵਕ, ਜਿਸ ਤਰ੍ਹਾਂ ਕਿ ਉਸ ਵੇਲੇ ਕੀਤਾ ਜਾਂਦਾ ਸੀ, ਮੁਲਾਜ਼ਮ ਨੂੰ ਨੀਲਾ, ਕਾਲਾ, ਮੈਲਾ ਤੇ ਗੰਦਗੀ ਨਾਲ ਭਰਿਆ ਚੋਲਾ ਪਾ ਦਿੱਤਾ ਅਤੇ ਰਾਹ ਵਿੱਚ ਵੀ ਬੜਬੋਲਾ ਤੇ ਚਤੁਰ ਮੁਲਾਜ਼ਮ ਆਪਣੇ ਮਾਲਕ ਦੇ ਪੱਖ ਪੂਰਨ ਲਈ ਗੁਰੂ ਅਮਰਦਾਸ ਜੀ ਦੀ ਨਿੰਦਿਆ ਕਰਨ ਲਈ ਮਨ ਘੜਤ ਕਹਾਣੀਆਂ ਸੁਣਾਉਂਦਾ ਗਿਆ। ਸਿਆਣੇ ਸੇਵਕ ਨੇ ਮਰਿਆਦਾ ਮੁਤਾਬਕ ਵਿਵਹਾਰ ਕਰਕੇ ਰੋ ਰੋ ਕੇ ਆਪਣੇ ਸਵਾਮੀ ਮਰਵਾਏ ਚੌਧਰੀ ਦਾ ਦਾਵਾ ਅਕਬਰ ਦੇ ਅੱਗੇ ਪੇਸ਼ ਕੀਤਾ। ਅਕਬਰ ਨੇ ਸਾਰਾ ਕੇਸ ਸਟੱਡੀ ਕੀਤਾ
ਤੇ ਗਵਰਨਰ ਲਾਹੌਰ ਦੀ ਮੌਕੇ ਤੇ ਕੀਤੀ ਤਹਿਕੀਕਾਤ ਦਾ ਵੇਰਵਾ ਵੀ ਹਾਸਲ ਕੀਤਾ ਤੇ ਆਪਣੇ ਖਬਰਾਂ ਪ੍ਰਚਾਰ ਪਹੁੰਚਾਉਣ ਵਾਲੇ ਮਹਿਕਮੇ ਤੋਂ ਗੁਰੂ ਅਮਰਦਾਸ ਜੀ ਬਾਰੇ ਸਭ ਵਾਕਿਆਤ ਪ੍ਰਾਪਤ ਕੀਤੇ ਅਤੇ ਗੁਰੂ ਨਾਨਕ ਮਤ ਦੇ ਸਿਧਾਂਤ ਅਤੇ ਰਹਿਣੀ ਰਹਿਤ ਬਾਰੇ ਜਾਣਕਾਰੀ ਹਾਸਲ ਕੀਤੀ। ਪੂਰੀ ਤਹਿਕੀਕਾਤ ਪਿੱਛੋਂ ਮਰਵਾਹ ਚੌਧਰੀ ਆਪਣੇ ਚਤੁਰ ਮੁਲਾਜ਼ਮ ਸਮੇਤ ਝੂਠਾ ਸਾਬਤ ਹੋਇਆ ਤੇ ਅਕਬਰ ਨੇ ਦੋਹਾਂ ਨੂੰ ਫਿਟਕਾਰ ਪਾ ਕੇ ਫਾਬਾ ਕਰਕੇ ਆਪਣੀ ਕਚਹਿਰੀ ਵਿੱਚੋਂ ਦੋਹਾਂ ਦਾ ਮੂੰਹ ਕਾਲਾ ਕਰਕੇ ਕੱਢ ਦਿੱਤਾ। ਲੋਕਾਂ ਨੇ ਦੋਹਾਂ ਨੂੰ ਰੱਜ ਕੇ ਲਾਨਤਾਂ ਪਾਈਆਂ। ਅਕਬਰ ਦੇ ਦਰਬਾਰ ਵਿੱਚੋਂ ਧੱਕੇ ਖਾ ਕੇ ਨਿੰਮੂ ਝੋਨਾ ਹੋ ਕੇ ਵਾਪਸ ਗੋਬਿੰਦਵਾਲ ਪਰਤ ਗਿਆ, ਪਰ ਆਮ ਲੋਕਾਂ ਨੇ ਇਹਨਾਂ ਦੋਹਾਂ ਨੂੰ ਮੂੰਹ ਲਾਉਣ ਤੱਕ ਤੋਂ ਇਨਕਾਰ ਕਰ ਦਿੱਤਾ। ਇਤਨੀਆਂ ਫਿਟਕਾਰਾਂ ਅਤੇ ਮਾਨਸਿਕ ਤੌਰ ਤੇ ਹੋਈ ਜਲਾਲਤ ਕਾਰਨ ਮਰਵਾ ਚੌਧਰੀ ਬਿਮਾਰ ਪੈ ਗਿਆ। ਕੁਝ ਖਾ ਪੀ ਨਾ ਸਕੇ, ਉਧਰੋਂ ਭੁੱਖ ਤੇਜ ਪਰੇਸ਼ਾਨ करे ਤੇ ਅੰਦਰ ਕੁਝ ਨਾ ਜਾਏ ਤੇ ਕੋਈ ਸੰਬੰਧੀ ਮੂੰਹ ਲਾਣ ਲਈ ਤਿਆਰ ਨਹੀਂ ਸੀ। ਉਸ ਵਕਤ ਘਰ ਦੀ ਤੀਵੀਂ ਤੇ ਭਤੀਜਿਆਂ ਨੇ ਘਰ ਵਿੱਚ ਲਿਆ ਕੇ ਲੰਮਾ ਪਾ ਦਿੱਤਾ। ਇਹ ਇਸ ਲੋਕ ਦਾ ਇਤਿਹਾਸਕ ਪਿਛੋਕੜ ਹੈ। ਤੇ ਹੁਣ ਇਹ ਸ਼ਬਦ ਜਿਹੜਾ ਕਿ ਪੰਕਤੀ ਉੱਤੇ ਪੜੀ ਸੀ, ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 306 ਨੰਬਰ ਅੰਕ ਤੇ ਦਰਜ ਹੈ। ਸ਼ਲੋਕ ਮਹਿਲਾ ਚੌਥਾ। ਗੁਰੂ ਰਾਮਦਾਸ ਜੀ ਦੀ ਬਾਣੀ ਹੈ। ਇਹ ਸ਼ਲੋਕ ਹੈ ਜਿਸ ਦੀਆਂ 9 ਪੰਕਤੀਆਂ ਹਨ। ਇਸ ਸਾਰੀ ਘਟਨਾ ਨੂੰ ਗੁਰੂ ਰਾਮਦਾਸ ਜੀ ਨੇ ਸ਼ਲੋਕ ਰਾਹੀਂ ਬਿਆਨ ਕੀਤਾ ਹੈ। ਮਲ ਜੂਈ ਭਰਿਆ ਨੀਲਾ ਕਾਲਾ, ਕਾਲਾ ਖਿੰਦੋਲੜਾ, ਤਿੰਨ ਵੇਮੁਖੈ ਨੋ ਪਾਇਆ। ਤੇ ਮਲ ਤੇ ਜੂਆਂ ਨਾਲ ਭਰਿਆ ਹੋਇਆ, ਜੂਈ ਜੂਆਂ ਲਈ ਆਇਆ ਹੈ। ਨੀਲਾ ਤੇ ਕਾਲਾ ਖਿਦੋਲੜਾ ਪਾਓ, ਜੁੱਲਾ ਜਾਂ ਚੋਲਾ ਜਿਹਾ। ਉਸ ਬੇਮੁਖ ਨੇ ਬੇਮੁਖ ਨੂੰ ਪਾ ਦਿੱਤਾ। ਮਰਵਾਹ ਚੌਧਰੀ ਨੇ ਆਪਣੇ ਚਤੁਰ ਮੁਲਾਜ਼ਮ ਨੂੰ ਪਾ ਦਿੱਤਾ। ਪਾਸ ਨ ਦੇਈ ਕੋਈ ਬਹਿਣ, ਜਗਤ ਮੈਂ ਗੋ ਪੜ ਸਗਵੀ ਮਲ ਲਾਏ, ਮਨਮੁਖ ਆਇਆ। ਸੰਸਾਰ ਵਿੱਚ ਉਸਨੂੰ ਕੋਈ ਕੋਲ ਬਹਿਣ ਨਹੀਂ ਦਿੰਦਾ। ਗੂ ਪੜ ਮਤਲਬ ਗੰਦੇ ਪੈ ਕੇ, ਸਗੋਂ ਬਹੁਤ ਹੀ ਮੈਲ ਲਾ ਕੇ ਉਸਨੂੰ ਮਨਮੁਖ ਵਾਪਸ ਆਇਆ। ਤੇ ਤੀਜੀ ਪੰਕਤੀ ਹੈ, ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ। ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਜੋ ਮਨੁੱਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ ਭੇਜਿਆ ਗਿਆ ਸੀ, ਉੱਥੇ ਵੀ ਦੋਹਾਂ ਗੁਰੂ ਤੋਂ ਬੇਮੁਖ ਹੋਇਆਂ ਦਾ ਮੂੰਹ ਕਾਲਾ ਕੀਤਾ ਗਿਆ। ਤੜ ਸੁਣਿਆ ਸਬਤ ਜਗਤ ਵਿੱਚ ਪਾਈ, ਬੇਮੁਖ ਸਣੇ ਨਫਰੇ ਪੌਲੀ ਪੌਂਦੀ, ਫਾਵਾ ਹੋਏ ਕੇ ਉੱਠ ਕਰ ਆਇਆ। ਤੜ ਤੋਂ ਪਾਉ ਤੁਰੰਤ ਹੈ। ਸਭ ਥਾਂ ਸਾਰੇ ਪਾਸੇ ਤੁਰੰਤ ਸੁਣਿਆ ਗਿਆ। ਪਾਉ ਸਾਰੇ ਪਾਸੇ ਗੱਲ ਫੈਲ ਗਈ ਕਿ हे ਭਾਈ, ਬੇਮੁਖ ਨੂੰ ਨਫਰੇ ਮਤਲਬ ਨੌਕਰ ਲਈ ਆਇਆ ਹੈ। ਨੌਕਰ ਸਮੇਤ ਪੌਲੀ ਪੌਂਦੀ ਜੁੱਤੀਆਂ ਪੈਂਦੀਆਂ ਪਾਉ ਕੁੱਟ ਖਾ ਕੇ ਫਾਵਾ ਬੌਰੇ ਜਾਂ ਪਾਗਲ ਲਈ ਆਇਆ ਹੈ। ਪਾਗਲ ਜਿਹਾ ਹੋ ਕੇ ਵਾਪਸ ਘਰ ਪਰਤਿਆ ਹੈ। ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ ਸਲਾਹ ਕਰਕੇ ਭੇਜਿਆ ਗਿਆ ਸੀ, ਉੱਥੇ ਵੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ। ਸੰਸਾਰ ਵਿੱਚ ਸਭਨੀ ਪਾਸੇ ਤੁਰਤ ਸੁਣਿਆ ਗਿਆ, हे ਭਾਈ, ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉਠਾਇਆ ਹੈ। ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਉੱਥੋਂ ਵਾਪਸ ਆਉਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਬੇਮੁਖ ਹੋਏ ਨੂੰ ਜਦ ਕੋਲ ਨਾ ਬਿਠਾਇਆ, ਤਾਂ ਵਹੁਟੀ ਤੇ ਭਤੀਜਿਆਂ ਨੇ ਸਹਾਰਾ ਦਿੱਤਾ। ਉਸਦਾ ਲੋਕ ਤੇ ਪਰਲੋਕ ਦੋਵੇਂ ਅੰਜਾਈ ਗਏ ਤੇ ਹੁਣ ਭੁੱਖਾ ਪਿਆਸਾ ਆਵਾਜ਼ਾਂ ਦਿੰਦਾ ਹੈ, ਕੂਕਦਾ ਹੈ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸਚ ਬੈ ਆਪ ਕਰਾਇਆ। ਧੰਨ ਸਿਰਜਣਹਾਰ ਮਾਲਕ ਹੈ, ਜਿਸਨੇ ਆਪ ਗੋ ਨਾਲ ਸੱਚਾ ਨਿਆਂ ਕਰਾਇਆ ਹੈ।
गौर नाल मतलब ध्यान नाल, जो निंदा करे सतगुर पूरे की, सी काच साचे मार पठाया। जो मनुख पूरे सतगुरु दी निंदा करता है, सच्चा प्रभु उसनू आप आत्मक मौत मार के दुखी करता है। ए अखर तिन आख्या, जिन जगत सब उपाया। इस इस न्याय दा बचन उस प्रभु ने आप आख्या है, जिसने सारा संसार पैदा किया है। ਇਹ ਜੋ ਵਿਚਾਰ ਕੀਤੀ ਹੈ, ਇਹ ਪ੍ਰੋਫੈਸਰ ਸਾਹਿਬ ਜੀ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ। ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਦੀ ਜਾਚਕ ਹਾਂ। ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਜੇ ਕੋਈ ਹੋਰ ਗੱਲ, ਹੋਰ ਕੋਈ ਇਨਪੁਟ ਪਾਣਾ ਹੋਵੇ ਤੇ ਜ਼ਰੂਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਮਨਿੰਦਰ ਕੌਰ ਜੀ। ਆਪ ਜੀ ਨੇ ਦੋਨਾਂ ਹੀ ਸਵਾਲਾਂ ਨੂੰ ਬੜੇ ਵਿਸਤਾਰ ਨਾਲ ਸਮਝਾਇਆ ਹੈ, ਔਰ ਜੋ ਸਾਖੀ ਹੈ ਆਪ ਜੀ ਨੇ ਪੂਰੀ ਸੁਣਾ ਦਿੱਤੀ ਹੈ, ਤੇ ਉਥੋਂ ਜੋ ਵੀ ਨਿਰਣਾ ਨਿਕਲਦਾ ਹੈ ਉਸ ਨੂੰ ਵੀ ਇਸ ਸ਼ਬਦ ਦੇ ਅੰਦਰ ਆਪ ਜੀ ਨੇ ਬੜੇ ਵਿਸਤਾਰ ਸਹਿਤ ਔਰ ਸਾਨੂੰ ਸਮਝਾਇਆ ਹੈ ਕਿ ਸੱਚੇ ਪਾਤਸ਼ਾਹ ਨੇ ਜੋ ਉਸ ਸਾਖੀ ਵਿੱਚ ਵਾਪਰਿਆ ਹੈ, ਉਹੀ ਗੱਲਾਂ ਦਾ ਇਹਦੇ ਅੰਦਰ ਵੀ ਜ਼ਿਕਰ ਕੀਤਾ ਕਿ ਬੇਮੁਖਾਂ ਦੇ ਨਾਲ ਕੀ ਵਾਪਰਦਾ ਹੈ। ਜਿਹੜੇ ਗੁਰੂ ਦੇ ਨਾਲ ਜੁੜਦੇ ਹਨ ਉਹਨਾਂ ਦੇ ਤੇ ਹਮੇਸ਼ਾ ਹੀ ਮੂੰਹ ਉਜਲ ਹੁੰਦੇ ਹਨ, ਲੇਕਿਨ ਜਿਹੜੇ ਮਨਮੁਖ ਹੁੰਦੇ ਹਨ ਉਹਨਾਂ ਦੇ ਜਿਹੜੇ ਹਨ ਇਹੋ ਜਿਹੇ ਹਾਲਾਤ ਜਿਹੜੇ ਬਣਦੇ ਹਨ। ਤੋ ਇੱਕ ਵਾਰੀ ਫਿਰ ਭੈਣ ਮਨਿੰਦਰ ਕੌਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਨੇ ਇਹਨਾਂ ਦੋਨਾਂ ਸਵਾਲਾਂ ਦੇ ਬਖੂਬੀ ਜਵਾਬ ਦਿੱਤੇ ਹਨ। ਹੁਣ ਅਗਲਾ ਸਵਾਲ ਜੋ ਇਤਿਹਾਸਕ ਸਵਾਲ ਹੈ, ਤੇ ਉਹ ਸਵਾਲ ਹੈ ਕਿ ਸੂਰਜ ਪ੍ਰਕਾਸ਼, ਜਿਹਨੂੰ ਗੁਰਪ੍ਰਤਾਪ ਸੂਰਜ ਵੀ ਕਹਿੰਦੇ ਆ, ਔਰ ਉਸਦੇ ਲੇਖਨਹਾਰ ਜਿਹੜੇ ਹਨ ਉਹ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਹਨ। ਉਹ ਵੀ ਬੜੇ ਐਕਸਪਰਟ ਹਨ, ਵਿਦਵਾਨ ਹਨ, ਔਰ ਉਹਨਾਂ ਨੂੰ ਵੀ ਜਿਹੜੀ ਪੋਇਟਰੀ ਲਿਖਣ ਦਾ ਬੜਾ ਅਨੁਭਵ ਹੈ ਔਰ ਬਹੁਤ ਉਹਨਾਂ ਨੂੰ ਨੌਲੇਜ ਹੈ। ਉਹਨਾਂ ਦਾ ਲਿਖਿਆ ਹੋਇਆ ਹੈ ਸੂਰਜ ਪ੍ਰਕਾਸ਼ ਗ੍ਰੰਥ ਹੈ। ਲੇਕਿਨ ਹੁਣੇ ਪਿੱਛੇ ਜਿਹੀ ਜਦੋਂ ਇਹਨਾਂ ਦੀ ਵੀ ਵਿਆਖਿਆ ਚੱਲੀ ਹੈ ਤਾਂ ਕੌਮ ਦੇ ਅੰਦਰ ਇੱਕ ਐਸੀ ਵਿਚਾਰਧਾਰਾ ਬਣੀ ਹੈ ਕਿ ਇਸ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਕਈ ਐਸੀਆਂ ਚੀਜ਼ਾਂ ਹਨ ਜਿਹੜੀਆਂ ਕਿ ਗੁਰਮਤਿ ਦੇ ਉਲਟ ਹਨ ਔਰ ਗੁਰੂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ, ਤੇ ਗੁਰੂ ਸਾਹਿਬ ਦੇ ਕਰੈਕਟਰ ਨਾਲ ਵੀ ਉਹ ਮੇਲ ਨਹੀਂ ਖਾਂਦੀਆਂ। ਤੇ ਉਹੋ ਜਿਹੀਆਂ ਜਿਹੜੀਆਂ ਅਸ਼ੁੱਧੀਆਂ ਹਨ ਜਿਹੜੀਆਂ ਲਿਖੀਆਂ ਹੋਈਆਂ ਨੇ ਇਸ ਗ੍ਰੰਥ ਦੇ ਅੰਦਰ, ਉਹ ਸਵਾਲਕਰਤਾ ਨੇ ਪੁੱਛਿਆ ਹੈ ਕਿ ਕੀ ਉਹਨਾਂ ਨੂੰ ਕੱਢ ਕੇ ਸੋਧੇ ਰੂਪ ਦੇ ਅੰਦਰ ਇਹ ਸੂਰਜ ਪ੍ਰਕਾਸ਼ ਗ੍ਰੰਥ ਛਾਪਿਆ ਜਾ ਸਕਦਾ ਹੈ। ਤੋ ਇਸ ਦੀ ਜਵਾਬ ਦੇਣ ਵਾਸਤੇ ਮੈਂ ਬੇਨਤੀ ਕਰਾਂਗਾ ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ ਨੂੰ ਕਿ ਉਹ ਡਿਟੇਲ 'ਚ ਇਸ ਦਾ ਪੂਰਾ ਜਵਾਬ ਦੇਣ ਕਿ ਇਹਦੇ ਵਿੱਚ ਜੋ ਅਸ਼ੁੱਧੀਆਂ ਹਨ ਕਿਸ ਪ੍ਰਕਾਰ ਦੀਆਂ ਹਨ, ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਵੇਂ ਉਸ ਦੇ ਉੱਪਰ ਨਿਰਣਾ ਲਵੇ, ਤੇ ਕੀ ਉਸ ਨੂੰ ਦੁਬਾਰਾ ਛਾਪਿਆ ਜਾ ਸਕਦਾ ਹੈ। ਜੇ ਛਾਪਿਆ ਜਾ ਸਕਦਾ ਤੇ ਕੀ ਉਹਦੇ ਅੰਦਰ ਪ੍ਰੋਬਲਮ ਹੋ ਸਕਦੀਆਂ ਹਨ, ਤੇ ਉਹਨੂੰ ਛਾਪਣ ਦੇ ਵਾਸਤੇ ਕੀ ਨਿਰਣਾ ਹੋਣਾ ਚਾਹੀਦਾ ਹੈ। ਬੇਨਤੀ ਕਰ ਰਿਹਾ ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿੱਖ ਕੌਮ ਦੀ ਮੁਸ਼ਕਲ ਜਗਤ ਪ੍ਰਸਿੱਧ ਹੈ ਕਿ ਖਾਲਸੇ ਨੇ ਸ਼ਾਨਦਾਰ ਇਤਿਹਾਸ ਸਿਰਜਿਆ, ਪਰ ਲਿਖਣ ਵਾਲਿਆਂ ਨੇ ਕਈ ਰਲੇ ਪਾਏ ਨੇ। ਅਨਮਤਿਆਂ ਨੇ ਤਾਂ ਤੋੜ ਮਰੋੜ ਕਰਨੀ ਸੀ, ਪਰ ਆਪਣਿਆਂ ਨੇ ਵੀ ਸ਼ਰਧਾ ਵਿੱਚ ਆ ਕੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਵਿੱਚ ਕਈ ਰਲੇ ਪਾਏ। ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕਈ ਭੁਲੇਖੇ ਵੀ ਹਨ। ਇਸ ਲਈ ਵਿਦਵਾਨਾਂ ਵੱਲੋਂ ਅਤੇ ਪ੍ਰਚਾਰਕਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਕਿ ਗੁਰੂ ਇਤਿਹਾਸ ਵਿੱਚ ਹਿੰਦੂ ਇਤਿਹਾਸ ਦੀਆਂ ਕਥਾਵਾਂ ਪਾ ਕੇ ਕਈ ਗੱਲਾਂ ਗੁਰਮਤਿ ਦੇ ਵਿਰੁੱਧ ਲਿਖੀਆਂ ਜਾ ਰਹੀਆਂ ਹਨ। ਇਹਨਾਂ ਸਭ ਗੱਲਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਦੀ 23 ਫਰਵਰੀ 2001 ਨੂੰ ਇੱਕ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਸਿੱਖ ਇਤਿਹਾਸ ਦੇ ਮੁੱਢਲੇ ਸਰੋਤ ਗ੍ਰੰਥਾਂ ਦੀ ਸੰਪਾਦਨਾ ਕਰਾਈ ਜਾਵੇ। 23 ਫਰਵਰੀ 2001 ਦਾ ਮਤਾ ਜੀ। ਇਸੇ ਮਤੇ ਵਿੱਚ ਪਾਸ ਕੀਤਾ ਗਿਆ ਕਿ ਇਹ ਕੰਮ ਪ੍ਰਸਿੱਧ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਨੂੰ ਸੌਂਪਿਆ ਜਾਏ ਅਤੇ ਉਹਨਾਂ ਦੀ ਸਹਾਇਤਾ ਲਈ 3 ਖੋਜਕਾਰ ਨਿਯਤ ਵੀ ਕੀਤੇ ਗਏ। ਉਹਨਾਂ ਦੇ ਨਾਮ ਹਨ ਡਾਕਟਰ ਗੁਰਚਰਨ ਸਿੰਘ ਸਾਕੀ, ਸੁਖਮਿੰਦਰ ਸਿੰਘ ਗੱਜਣਵਾਲਾ, ਮਨਜੀਤ ਸਿੰਘ ਪਸਰੀਚਾ ਜੀ।
ਗੁਰ ਇਤਿਹਾਸ ਵਿੱਚ ਰਲੇ ਬਾਰੇ ਚਰਚਾ ਤਾਂ ਸਭ ਸਿੱਖ ਵਿਦਵਾਨ ਅਤੇ ਸੰਸਥਾਵਾਂ ਕਰਦੀਆਂ ਹਨ, ਪਰ ਸ਼੍ਰੋਮਣੀ ਕਮੇਟੀ ਨੇ ਯੋਜਨਾਬੱਧ ਤਰੀਕੇ ਨਾਲ ਤੇ ਪੂਰੀ ਸੰਜੀਦਗੀ ਨਾਲ ਗੁਰ ਇਤਿਹਾਸ ਦੇ ਮੁੱਢਲੇ ਸਰੋਤਾਂ ਨੂੰ ਸੰਪਾਦਨ ਕਰਾਉਣ ਦਾ ਬੀੜਾ ਚੁੱਕਿਆ ਸੀ। ਇਹ ਕੰਮ ਜੁਲਾਈ 2001 ਤੋਂ ਆਰੰਭ ਕੀਤਾ ਗਿਆ। ਹੁਣ ਆਰੰਭ ਦੇ ਬਾਰੇ ਗੱਲ ਕਰੀਏ ਤਾਂ ਸਿੱਖਾਂ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਇਸ ਦੀ ਮੁੱਢਲੀ ਲਿਖਤ ਹੈ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿਸ਼ੇਸ਼ ਮਹਾਨਤਾ ਰੱਖਦੀਆਂ ਹਨ। ਦੇਸ਼ ਪ੍ਰਦੇਸ਼ ਦੇ ਗੁਰਦੁਆਰਿਆਂ ਵਿੱਚ ਸ਼ਾਮ ਵੇਲੇ ਇਹਨਾਂ ਦੀ ਕਥਾ ਵੀ ਹੁੰਦੀ ਹੈ ਅਤੇ ਅਨੇਕਾਂ ਸਿੱਖ ਇਹ ਕਥਾ ਬੜੇ ਪਿਆਰ ਤੇ ਸ਼ਰਧਾ ਨਾਲ ਸੁਣਦੇ ਵੀ ਹਨ। ਸਮੇਂ ਦੇ ਰਿਵਾਜ ਅਨੁਸਾਰ ਇਹ ਗ੍ਰੰਥ ਮਹਾਕਾਵਿ ਦੇ ਰੂਪ ਵਿੱਚ ਬ੍ਰਿਜ ਭਾਸ਼ਾ ਵਿੱਚ ਲਿਖੇ ਗਏ ਸਨ। ਭਾਵੇਂ ਇਹ ਗ੍ਰੰਥ ਬਹੁਤ ਸਿੱਖੀ ਪਿਆਰ ਤੇ ਸ਼ਰਧਾ ਵਿੱਚ ਰਚੇ ਹਨ, ਪਰ ਬ੍ਰਾਹਮਣੀ ਪ੍ਰਭਾਵ ਥੱਲੇ ਕਈ ਗੱਲਾਂ ਗੁਰਮਤਿ ਦੇ ਵਿਰੁੱਧ ਲਿਖੀਆਂ ਗਈਆਂ ਹਨ। ਤਾਂ ਫਿਰ ਸੰਸਥਾਪਨਾ ਹੋਈ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦੀ। ਇਹ ਪ੍ਰੋਜੈਕਟ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਿਰਜਿਆ। ਇਸ ਦਾ ਮਨੋਰਥ ਇਤਿਹਾਸਿਕ ਗ੍ਰੰਥਾਂ ਦੀ ਸੋਧ ਸੁਧਾਈ ਕਰਕੇ ਸੰਪਾਦਨਾ ਕਰਕੇ ਛਾਪਣਾ ਹੈ। ਇਸ ਆਸ਼ੇ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨੂੰ ਹੀ ਚੁਣਿਆ ਗਿਆ। ਹੁਣ ਮਾਹਰਾਂ ਮੁਤਾਬਕ ਇਹ ਵੇਖਣਾ ਹੋਇਆ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਕਿਸ ਪ੍ਰਕਾਰ ਦੀ ਕਲਪਨਾ ਹੈ। ਭਾਈ ਸੰਤੋਖ ਸਿੰਘ ਇੱਕ ਸ਼ਕਤੀਸ਼ਾਲੀ ਕਲਪਨਾ ਦੇ ਮਾਲਕ ਸਨ। ਕੀ ਇਹ ਕਲਪਨਾ ਨਾਵਲਕਾਰ ਦੀ ਤਰ੍ਹਾਂ ਹੈ, ਜਾਂ ਆਪ ਮੁਹਾਰੀ ਹੈ, ਜਾਂ ਅਖਤਿਆਰੀ ਹੈ, ਜਾਂ ਮਨਮਾਨੀ ਹੈ, ਜਾਂ ਉਪਰੋਕਤ ਦੱਸੇ ਅਸੂਲਾਂ ਤੋਂ ਕਿੱਥੋਂ ਤੱਕ ਪੂਰੀ ਉਤਰਦੀ? ਇਹ ਵਿਚਾਰਾਂ ਲਿਖਤ ਹਨ। ਇੱਕ ਹੋਰ ਸਰੋਤ ਮਿਲਿਆ YouTube ਦੇ ਉੱਤੇ ਸੁਣਨ ਦੇ ਵਿੱਚ। YouTube ਅਪਲੋਡ ਕੀਤੀ ਗਈ ਹੈ 26 ਸਤੰਬਰ 2015 ਨੂੰ। ਇਹਦੇ ਕੁਝ 17,000 ਤੋਂ ਉੱਪਰ ਵਿਊ ਹੋ ਚੁੱਕੇ ਸਨ ਉਦੋਂ। ਇਹ YouTube ਭਾਈ ਪਿੰਦਰਪਾਲ ਸਿੰਘ ਜੀ ਨੇ ਕਵੀ ਸੰਤੋਖ ਸਿੰਘ ਦੇ ਬਾਰੇ ਕੋਈ ਟਿੱਪਣੀ ਕੀਤੀ ਹੈ। ਇਸ ਦੀ ਅਥੈਂਟਿਸਿਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਪਰ ਇਹ ਸੁਣਨਯੋਗ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਇਹ ਉਹਨਾਂ ਦੇ ਬੋਲ ਹਨ ਜੀ YouTube ਦੇ ਵਿੱਚ ਪਿੰਦਰਪਾਲ ਸਿੰਘ ਜੀ ਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਕੁਝ ਉਹਨਾਂ ਨੇ ਐਸਾ ਲਿਖਿਆ ਹੈ ਕਿ ਉਹਨਾਂ ਨੇ ਮਤਲਬ ਸੰਤੋਖ ਸਿੰਘ ਜੀ ਨੇ ਬਹੁਤ ਕੁਝ ਉਹਨਾਂ ਨੇ ਐਸਾ ਲਿਖਿਆ ਹੈ ਜੋ ਗੁਰਮਤਿ ਦੇ ਅਨੁਕੂਲ ਨਹੀਂ। ਭਾਈ ਵੀਰ ਸਿੰਘ ਜੀ ਨੇ ਟਿੱਪਣੀਆਂ ਵੀ ਕੀਤੀਆਂ ਨੇ, ਪਰ ਉਹਨਾਂ ਦੀ ਗੁਰਮਤਿ ਪ੍ਰਕਾਸ਼ ਦੀ ਪੋਥੀ ਪੜ੍ਹੋ। ਉਸ ਵਿੱਚ ਇੱਕ ਅਧਿਆਇ ਉਹਨਾਂ ਨੇ ਦਿੱਤਾ ਹੈ। ਕਹਿੰਦੇ ਹਨ ਕਿ ਮੈਂ ਆਪਣੇ ਵੱਲੋਂ ਲਿਖ ਦਿੱਤਾ ਹੈ। ਇਹ ਸੰਤੋਖ ਸਿੰਘ ਜੀ ਦੀ ਵਰਡਿੰਗ ਪੜ੍ਹ ਕੇ ਸੁਣਾ ਰਹੇ ਨੇ ਪਿੰਦਰਪਾਲ ਸਿੰਘ ਜੀ। ਕਹਿੰਦੇ ਹਨ, ਮੈਂ ਆਪਣੇ ਵੱਲੋਂ ਲਿਖ ਦਿੱਤਾ ਹੈ ਜੋ ਮੈਨੂੰ ਸਮਝ ਆਇਆ ਹੈ। ਮੈਂ ਸੱਚ ਕਹਿੰਦਾ ਹਾਂ ਕਿ ਪੰਥ ਨੂੰ ਹੱਕ ਹੈ ਕਿ ਜਿੱਥੇ ਲੱਗੇ ਮੈਂ ਗਲਤ ਲਿਖਿਆ ਹੈ ਉੱਥੇ ਕੱਟ ਦਿਓ, ਠੀਕ ਲਿਖ ਦਿਓ, ਪਰ ਕਵਿਤਾ ਰੂਪ ਵਿੱਚ ਲਿਖਿਆ ਜੇ। ਇਹ ਉਹਨਾਂ ਦੀ ਇੱਥੇ ਅਪੀਲ ਹੈ, ਜੇ ਠੀਕ ਕਰਨਾ ਹੀ ਹੈ ਤਾਂ ਕੱਟ ਲਓ, ਕਵਿਤਾ ਰੂਪ ਵਿੱਚ ਲਿਖਿਆ ਜੇ। ਉਹਨਾਂ ਕਿਹਾ ਕਿ ਮੇਰੇ ਗ੍ਰੰਥ ਨੂੰ ਤੁਸੀਂ ਛੇੜਛਾੜ ਕਰ ਸਕਦੇ ਹੋ, ਪਰ ਕੰਡੀਸ਼ਨ ਇਹੋ ਹੀ ਸੀ, ਕਿਰਪਾ ਕਰਕੇ ਕਵਿਤਾ ਰੂਪ ਹੀ ਦੇਣਾ। ਇਹ ਸਨ ਬੋਲ ਭਾਈ ਪਿੰਦਰਪਾਲ ਸਿੰਘ ਜੀ ਦੇ, ਜਿਸ ਦੀ ਵੀਡੀਓ ਮੇਰੇ ਪਾਸ ਡਾਊਨਲੋਡ ਹੈ ਜੀ। ਪਰ ਇਸ ਦੀ ਪੁਸ਼ਟੀ ਦੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਦਾ ਸਥਾਪਿਤ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ, ਜਿਸ ਦਾ ਮੈਂ ਜ਼ਿਕਰ ਪਹਿਲੇ ਕੀਤਾ ਹੈ, ਇਹਨਾਂ ਦੇ ਉਦਮ ਸਦਕਾ ਡਾਕਟਰ ਕਿਰਪਾਲ ਸਿੰਘ ਤੇ ਸਹਿ ਸੰਪਾਦਕ ਡਾਕਟਰ ਗੁਰਚਰਨ ਸਿੰਘ ਸਾਕੀ, ਸੁਖਮਿੰਦਰ ਸਿੰਘ ਗੱਜਣਵਾਲਾ ਅਤੇ ਮਨਜੀਤ ਸਿੰਘ ਪਸਰੀਚਾ ਦੀ ਸੰਪਾਦਿਤ ਤੇ ਸੋਧਿਤ ਪੋਥੀ, ਜਿਸ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਤੋਂ ਭਾਵ ਪ੍ਰਸਤਾਵਨਾ। ਇਸ ਦੇ ਪਹਿਲੇ ਭਾਗ ਦੇ ਅਵਲੋਕਨ ਵਿੱਚ ਪਿੰਦਰਪਾਲ ਜੀ ਦੀ ਦਸੀ ਵਾਰਤਾ ਕੋਈ ਨਜ਼ਰ ਨਹੀਂ ਆਈ। ਹੋ ਸਕਦਾ ਹੈ ਕਿ ਇਹ ਕਵੀ ਸੰਤੋਖ ਸਿੰਘ ਜੀ ਦੇ ਕਿਸੇ ਮੁੱਢਲੇ ਗ੍ਰੰਥ ਵਿੱਚ ਜ਼ਿਕਰ ਹੋਵੇ, ਜੋ ਕਿ ਗੁਰੂ ਨਾਨਕ ਪ੍ਰਕਾਸ਼ ਦਾ ਇਹ ਵਰਣਿਤ ਅਧਿਆਇ ਪੋਥੀ ਪ੍ਰਾਪਤ ਕਰਕੇ ਹੀ ਦੇਖਿਆ ਜਾ ਸਕਦਾ ਹੈ। ਮਾਫੀ ਚਾਹੁੰਦਾ ਹਾਂ, ਮੈਨੂੰ ਮੁੱਢਲੇ ਗ੍ਰੰਥ ਦੀ ਸੌਫਟ ਕਾਪੀ ਜਾਂ ਹਾਰਡ ਕਾਪੀ ਉਪਲਬਧ ਨਹੀਂ ਹੋਈ। ਸੂਰਜ ਪ੍ਰਕਾਸ਼ ਦੇ ਵਾਰਤਕ ਟੀਕੇ ਵੀ ਹਨ, ਜੋ ਕਿ ਗਿਆਨੀ ਗਿਆਨ ਸਿੰਘ, ਪ੍ਰਿੰਸੀਪਲ ਟੀਕਾਕਾਰ ਸੋਢੀ ਤੇਜਾ ਸਿੰਘ ਅਤੇ ਇਹਨਾਂ ਦੇ ਇਨਵੋਲਵਮੈਂਟ ਦੇ ਨਾਲ ਤਿਆਰ ਕੀਤੇ ਗਏ ਸਨ। ਇਹਨਾਂ ਦੇ ਕਾਪੀਰਾਈਟ ਭਾਈ ਚਤਰ ਸਿੰਘ ਐਂਡ ਕੰਪਨੀ ਦੇ ਪਾਸ ਹਨ। ਭਾਈ ਵੀਰ ਸਿੰਘ ਜੀ ਵੱਲੋਂ ਟਿੱਪਣੀਆਂ ਸਹਿਤ ਵਿਸਥਾਰ ਵਿੱਚ ਇਸ ਗ੍ਰੰਥ ਦੇ ਟੀਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ 14 ਜਿਲਦਾਂ ਵਿੱਚ ਕਾਪੀਰਾਈਟ ਸਹਿਤ ਪ੍ਰਕਾਸ਼ਿਤ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਤੇ ਹੋਰ ਪ੍ਰਕਾਸ਼ਨਾਂ ਦਾ ਹੋਣਾ ਸੰਭਵ ਹੈ, ਜਿਸ ਦਾ ਵੇਰਵਾ ਉਹਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਕੀ ਭਾਈ ਸੰਤੋਖ ਸਿੰਘ ਜੀ ਦੇ ਬਾਰੇ 1843 ਵਿੱਚ ਇਹ ਕਾਲ ਚਲਾਨ ਕੀਤੇ ਸਨ। ਭਾਵੇਂ ਉਹਨਾਂ ਦੀਆਂ ਪੁਸ਼ਤਾਂ ਵਿੱਚੋਂ ਕੁਝ ਅੱਜ ਪਟਿਆਲੇ ਅਤੇ ਕੈਥਲ ਵਿੱਚ ਰਹਿ ਰਹੇ ਹਨ, ਪਰ ਭਾਰਤੀ ਕਾਨੂੰਨ ਮੁਤਾਬਕ ਲੇਖਕ ਦੀ ਮੌਤ ਤੋਂ 60 ਸਾਲ ਬਾਅਦ ਲੇਖਣੀ ਪਬਲਿਕ ਡੋਮੇਨ ਹੋ ਜਾਂਦੀ ਹੈ।
ਤੇ ਵਾਰਸਾਂ ਦਾ ਉਸ ਤੇ ਕਾਪੀਰਾਈਟ ਤੇ ਹੱਕ ਨਹੀਂ ਰਹਿੰਦਾ, ਨਾ ਰਾਇਲਟੀ ਮਿਲ ਸਕਦੀ। ਪਹਿਲੇ 50 ਸਾਲ ਹੋਇਆ ਕਰਦਾ ਸੀ, ਬਾਕੀ ਦੇਸ਼ਾਂ 'ਚ 50 ਸਾਲ ਹੀ ਹੈ। ਪਰ ਜਦੋਂ ਰਵਿੰਦਰਨਾਥ ਟੈਗੋਰ ਦੀ ਮੌਤ ਹੋਈ ਤੇ 50 ਸਾਲ ਬਾਅਦ ਰਾਇਲਟੀ ਬੰਦ ਹੋਣ ਤੇ ਉਹਨਾਂ ਦੇ ਪਰਿਵਾਰ ਨੇ ਦੱਸਿਆ ਜਾਂਦਾ ਹੈ ਕਿ ਪਲੀਹ ਕੀਤੀ ਤੇ ਸਰਕਾਰ ਨੇ ਉਹਨਾਂ ਨੂੰ 10 ਸਾਲ ਹੋਰ ਕਮਾਈ ਦੇਣ ਵਾਸਤੇ ਇਹਨੂੰ 50 ਤੋਂ 60 ਸਾਲ ਕੀਤਾ ਸੀ। ਤਾਂ ਮੈਂ ਰਿਪੀਟ ਕਰਦਾ ਕਿ ਲੇਖਕ ਦੀ ਮੌਤ ਤੋਂ 60 ਸਾਲ ਬਾਅਦ ਲੇਖਣੀ ਪਬਲਿਕ ਡੋਮੇਨ ਹੋ ਜਾਂਦੀ ਹੈ। ਇਸ ਲਈ ਮੁੱਢਲੀ ਪੋਥੀ ਜਾਂ ਗ੍ਰੰਥ ਛਾਪਣ ਲਈ ਕਾਪੀਰਾਈਟ ਦੀ ਰੁਕਾਵਟ ਦਾ ਕੋਈ ਸੰਕੋਚ ਨਹੀਂ। ਹੋਰ ਜਾਣਕਾਰੀ ਇਹ ਵੀ ਕਿ ਸਿਰਫ ਮੂਲ ਲੇਖਣੀ ਦੀ ਪ੍ਰਕਾਸ਼ਨ ਦੀ ਬੰਦਿਸ਼ ਕਾਪੀਰਾਈਟ ਵਿੱਚ ਆਉਂਦੀ ਹੈ। ਕੋਈ ਵੀ ਸੋਧ ਕਰਕੇ ਜਾਂ ਪੁਨਰ ਲਿਖਤ ਕੀਤੇ ਜਾਣਾ ਕਾਨੂੰਨਨ ਜਾਇਜ਼ ਹੈ। ਕੋਈ ਵੀ ਸੋਧ ਕਰਕੇ ਜਾਂ ਪੁਨਰ ਲਿਖਤ ਕੀਤੇ ਜਾਣਾ ਕਾਨੂੰਨਨ ਜਾਇਜ਼ ਹੈ। ਇਹਨਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ ਜੀ ਕਿ ਇਤਿਹਾਸ ਵਿੱਚ ਸੋਧ ਦਾ ਇਹ ਵਿਸ਼ਾਲ ਖੇਤਰ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਹੈ। ਇਸ ਤੇ ਗੰਭੀਰ ਵਿਚਾਰਾਂ ਅਤੇ ਖੋਜ ਦੀ ਵਧੇਰੀ ਜ਼ਰੂਰਤ ਹੈ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਤੇਜਿੰਦਰ ਸਿੰਘ ਖਾਲਸਾ ਜੀ, ਆਪ ਜੀ ਨੇ ਬੜੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਔਰ ਜੋ ਗੁਰਪ੍ਰਤਾਪ ਸੂਰਜ ਸ੍ਰੀ ਨਾਨਕ ਪ੍ਰਕਾਸ਼ ਜੀ ਨੂੰ ਪਹਿਲੀਆਂ 2 ਜਿਲਦਾਂ ਨੂੰ ਕਹਿੰਦੇ 14 ਜਿਲਦਾਂ ਵਿੱਚੋਂ, ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਭਾਈ ਪਿੰਦਰਪਾਲ ਸਿੰਘ ਜੀ ਨੇ ਲਿਖਿਆ ਹੈ ਔਰ ਕਿਵੇਂ ਜਿਹੜੀ ਸੋਧ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੇ ਆਪਣੇ ਕੀ ਵਿਚਾਰ ਜਿਹੜੇ ਹਨ ਦਿੱਤੇ ਹਨ। ਤੋ ਇਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹਦਾ ਨਿਰਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਪੰਥਕ ਤੌਰ ਦੇ ਉੱਪਰ ਲੈਣਾ ਤੇ ਉਹ ਇਸ ਨੂੰ ਜਿਹੜਾ ਕਿਸ ਤਰ੍ਹਾਂ ਵਿਦਵਾਨਾਂ ਦੀ ਰਾਏ ਲੈ ਕੇ ਛਾਪਦੇ ਹਨ। ਤੋ ਇਸ ਬਾਰੇ ਇਹ ਹੈ ਕਿ ਸ਼ੁੱਧੀਆਂ ਹਨ, ਉਹਨਾਂ ਸ਼ੁੱਧੀਆਂ ਦੀ ਸੋਧ ਕਰਨੀ ਜਿਹੜੀ ਹੈ ਜ਼ਰੂਰੀ ਹੈ ਜੇਕਰ ਉਸ ਨੂੰ ਦੁਬਾਰਾ ਛਾਪਣ ਦਾ ਕੋਈ ਗਿਆ ਕਰਦਾ ਹੈ। ਤੋ ਇਸ ਦੇ ਬਾਰੇ ਜੋ ਆਪਨੇ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ, ਆਪ ਜੀ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਹੈ। ਤੋ ਅਗਲਾ ਸਵਾਲ ਲੈਣੇ ਅਸੀਂ। ਉਹ ਸਵਾਲ ਜਿਹੜਾ ਹੈ ਉਹ ਉਚਾਰਨ ਦੇ ਨਾਲ ਸੰਬੰਧ ਕਰਦਾ ਹੈ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਜਿਸ ਵੇਲੇ ਸਾਨੂੰ ਗੁਰਬਾਣੀ ਦੇ ਅਰਥ ਸਮਝਾਉਂਦੇ ਹਨ ਤਾਂ ਪਹਿਲਾਂ ਉਹਦਾ ਮੂਲ ਪਾਠ ਕਰਦੇ ਹਨ ਤੇ ਫਿਰ ਉਹਦੇ ਅੰਦਰ ਜਿਹੜੇ ਵੀ ਲਫ਼ਜ਼ ਆਉਂਦੇ ਹਨ, ਸ਼ਬਦ ਆਉਂਦੇ ਹਨ, ਉਹਨਾਂ ਦੇ ਸਿਆਰੀਆਂ ਬਿਆਰੀਆਂ ਔਂਕੜ ਔਰ ਮੁਕਤਾ ਦੀ ਸਾਰੀ ਗੱਲ ਜਿਹੜੀ ਹੈ ਉਹ ਸਾਨੂੰ ਸਮਝਾਉਂਦੇ ਹਨ ਔਰ ਇਹ ਵੀ ਦੱਸਦੇ ਹਨ ਵੀ ਕਿੱਥੇ ਅਸੀਂ ਨਾਸਕੀ ਉਚਾਰਨ ਕਰਨਾ ਹੈ ਔਰ ਕਿੱਥੇ ਨਾਸਕੀ ਨਹੀਂ ਕਰਨਾ। ਤੋ ਫਿਰ ਵੀ ਇਸ ਦੇ ਬਾਵਜੂਦ ਵੀ ਸਾਡੇ ਕਈ ਜਿਹੜੇ ਹਨ ਉਹ ਸਵਾਲ ਜਿਹੜੇ ਹਨ ਉਹ ਰਹਿ ਜਾਂਦੇ ਹਨ ਕਲੀਅਰ ਕਰਨ ਵਾਸਤੇ। ਤੋ ਉਹਨਾਂ ਚੋਂ ਇੱਕ ਸਵਾਲ ਹੈ ਜਿਹੜਾ ਸ਼ਬਦ ਨਾਈ, ਨੰਨੇ ਨੂੰ ਕਰਨਾ ਤੇ ਈੜੀ ਨੂੰ ਜਿਹੜੀ ਹੈ ਉਹ ਸਿਆਰੀ ਹੈ ਦਿੱਤੀ ਹੋਈ ਹੈ। ਤੋ ਇਹ ਨਾਈ ਜਿਹੜਾ ਲਫ਼ਜ਼ ਹੈ ਇਸ ਦਾ ਉਚਾਰਨ ਕਿਸ ਤਰੀਕੇ ਨਾਲ ਕਰਨਾ ਹੈ ਔਰ ਇਹ ਨਾਸਕੀ ਹੈ ਜਾਂ ਬਗੈਰ ਨਾਸਕੀ ਹੈ। ਤੋ ਉਹਦੇ ਵਿੱਚ ਜੇਕਰ ਨਾਸਕੀ ਨਾਲ ਉਚਾਰਨ ਕਰਨੇ ਆ ਜਾਂ ਉਸ ਤੋਂ ਬਿਨਾਂ ਕਰਨੇ ਆ ਤੇ ਉਹਦੇ ਅਰਥਾਂ ਵਿੱਚ ਕੀ ਫਰਕ ਪੈ ਜਾਂਦਾ ਹੈ। ਤੋ ਇਸ ਗੱਲ ਨੂੰ ਮੈਂ ਬੇਨਤੀ ਕਰਾਂਗਾ ਸਰਦਾਰ ਜਗੀਰ ਸਿੰਘ ਜੀ ਨੂੰ, ਜਿਹੜੇ ਵੀ ਇਸ ਵਿਆਕਰਨ ਦੇ ਸਾਡੇ ਕੋਲ ਮਾਹਰ ਹਨ ਪੈਨਲ ਵਿੱਚ, ਉਹ ਇਸ ਬਾਰੇ ਆਪ ਜੀ ਨੂੰ ਸਮਝਾਉਣਗੇ ਕਿ ਨਾਈ ਦਾ ਨਾਸਕੀ ਉਚਾਰਨ ਕਰਨਾ ਜਾਂ ਬਗੈਰ ਨਾਸਕੀ ਦੇ ਕਰਨਾ ਤੇ ਇਹਨਾਂ ਦੋਨਾਂ ਦੇ ਵਿੱਚ ਅਰਥਾਂ 'ਚ ਕੀ ਫਰਕ ਆਏਗਾ। ਵੀਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਜੀ, ਸ਼ਬਦ ਨਾਈ ਨੂੰ ਨਾਸਕੀ ਜਾਂ ਬਗੈਰ ਨਾਸਕੀ ਉਚਾਰਨ ਤੇ ਅਰਥਾਂ ਵਿੱਚ ਕੀ ਫਰਕ ਪੈਂਦਾ ਹੈ। ਗੁਰਬਾਣੀ ਵਿੱਚ ਨਾਈ ਦੇ ਅਰਥ ਹਨ। ਪਹਿਲਾ ਅਰਥ ਹੈ ਇਸ਼ਨਾਨ ਕਰਨਾ, ਉਚਾਰਨ ਹੈ ਨਹਾਈ। ਇਹ ਨੰਨੇ ਦੇ ਪੈਰ ਵਿੱਚ ਹਲੰਤ ਲਾ ਕੇ ਅੱਧਾ ਹਾਹਾ ਲਾ ਕੇ ਦਾ ਉਚਾਰਨ ਕਰਨਾ, ਨਹਾਈ ਦਾ ਉਚਾਰਨ ਕਰਨਾ ਹੈ। ਗੁਰਬਾਣੀ ਦੀ ਪੰਕਤੀ ਹੈ ਜੀ, ਜੂਠ ਨਾ ਅੰਨੀ ਜੂਠ ਨਾ ਨਹਾਈ ਜੀ, ਲੋਕੀ 68 ਤੀਰਥ ਨਹਾਈ। ਇੱਥੇ ਨਾਈ ਪਾਠ ਨਹੀਂ ਕਰਨਾ, ਨੰਨੇ ਦੇ ਪੈਰ ਦੇ ਵਿੱਚ ਹਲੰਤ ਲਾ ਕੇ ਅੱਧਾ ਹਾਹਾ ਲਾ ਕੇ ਨਹਾਈ ਪਾਠ ਕਰਨਾ। ਦੂਜਾ ਉਚਾਰਨ ਹੈ ਜੀ ਨਾਈ ਦਾ ਹਜਾਮ। ਇਹ ਇੱਕ ਜਾਤ ਦਾ ਨਾਮ ਹੈ, ਉਚਾਰਨ ਹੈ ਨਾਈ। ਨਾਈ ਉਧਰਿਓ ਸੈਨ ਸੇਵ। ਹੋਰ ਪੰਕਤੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਇੱਥੇ ਜਿਹੜਾ ਨਾਈ ਹੈ ਇਹ ਬਰਾਦਰੀ ਵਾਸਤੇ ਆਇਆ, ਇਸ ਦਾ ਅਸੀਂ ਨਾਈ ਹੀ ਉਚਾਰਨ ਕਰਨਾ ਹੈ। ਤੀਸਰਾ ਅਰਥ ਹੈ ਨਾਈ ਦਾ ਝੁਕਾ ਕੇ, ਨਿਭਾ ਕੇ, ਉਚਾਰਨ ਵੀ ਇਹਦਾ ਨਾਈ ਹੀ ਹੋਏਗਾ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਇੱਥੇ ਨਾਈ ਹੀ ਪਾਠ ਕਰਨਾ ਹੈਗਾ ਜੀ।
अर्थ चेंज हो गए ने। चौथा अर्थ है नाई का वडियाई, उच्चारण है नाई। नाई इस्त्री लिंग है, एक वचन है, इस करके इनू नाई पाठ नहीं करना हैगा, इनू नाई ही पाठ करना। गुरबाणी की पंक्ति है जी, बड़ा साहब वड्डी नाई कीता जाका हो गए, सोई सोई सदा सच सहब साचा साची नाई। इथे पाठ नाई करना, नाई नहीं करना हैगा, बिंदी नहीं लगानी जी। पंजवां अर्थ है जी नाई का नाम द्वारा सिरत सलाह राही। इथे नाई का उच्चारण नाई होवेगा, ईड़ी नूं बिहारी दे नाल बिंदी ला के नासकी उच्चारण होएगा। गुरबाणी की पंक्ति है जी, अल्लाह राम जीवों तेरे नाई, हे अल्लाह हे राम तेरा नाम सिमर के मैं जीवा। और एक पंक्ति है जी, बिघन गए हर नाई, प्रभु के नाम द्वारा सारे खतरे दूर हो गए हैं। इथे नाई का उच्चारण नाई करना है, क्योंकि इथे नाई के कारकी अर्थ निकलते हैं। सो प्रकरण अनुसार नाई का उच्चारण नहाई, नाई अते नाई हुंदा है। वाहिगुरु जी का खालसा, वाहिगुरु जी की फतेह। जी की फतेह। ਸਰ ਜਗੀਰ ਸਿੰਘ ਜੀ ਨੇ, ਜਿਵੇਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਇਹਨਾਂ ਵਿਸ਼ਿਆਂ ਦੇ ਉੱਪਰ ਅੱਗੇ ਵੀ ਇਸ ਕਲਾਸ ਦੇ ਅੰਦਰ ਕਾਫੀ ਡਿਟੇਲ ਜਾਣਕਾਰੀ ਦਿੱਤੀ ਹੈ, तो ਅੱਜ ਫਿਰ ਉਹਨਾਂ ਨੇ ਸਾਨੂੰ ਸਮਝਾਇਆ ਹੈ ਕਿ ਇਸ ਨਾਈ ਦੇ ਨਾਲ, ਸ਼ਬਦ ਦੇ ਨਾਲ ਕਿੱਥੇ ਬਿੰਦੀ ਲੱਗਣੀ ਹੈ, ਕਿੱਥੇ ਬਿੰਦੀ ਨਹੀਂ ਲੱਗਣੀ, ਔਰ ਕਿੱਥੇ ਨਾਸਕੀ ਉਚਾਰਨ ਕਰਨਾ ਹੈ, ਤੇ ਉਹਨਾਂ ਦੇ ਅਰਥ ਭਾਵ ਕਿਸ ਤਰੀਕੇ ਨਾਲ ਚੇਂਜ ਹੁੰਦੇ ਹਨ। ਕਾਫੀ ਵਿਸਤਾਰ ਨਾਲ ਸਮਝਾਇਆ ਹੈ, ਤੇ ਮੈਂ ਸਮਝਦਾ ਕਿ ਇਹਨੂੰ ਦੁਹਰਾਉਣ ਦੀ ਲੋੜ ਨਹੀਂ ਮਹਿਸੂਸ ਹੋਏਗੀ। ਤੇ ਬਾਕੀ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਜੇ ਇਹਨੂੰ ਇਹਦੇ 'ਚ ਗਰੁੱਪ ਵਿੱਚ ਵੀ ਪਾ ਦੇਣ ਇਹ ਡਿਟੇਲ ਜਿਹੜੀ ਹੈ, ਤੇ ਕਿਉਂ ਇਹਦੀ ਗਾਇ ਬਗੈਰ ਲੋੜ ਪੈਂਦੀ ਹੈ, ਤੇ ਹੋਰ ਵੀ ਇਹਦੇ ਨਾਲ ਕੋਈ ਅੱਖਰ ਹੋਣ ਜਿਨ੍ਹਾਂ ਦਾ ਲੋੜ ਹੋਵੇ ਕਿ ਨਾਸਕੀ ਜਾਂ ਬਿਨਾਂ ਨਾਸਕੀ ਦੇ ਉਚਾਰਨ ਕਰਨ ਦਾ, ਤੇ ਉਹ ਵੀ ਅਗਰ ਡਿਟੇਲ ਪਾ ਸਕਣ ਤੇ ਬਹੁਤ ਵਧੀਆ ਹੋਵੇਗਾ। ਸਰ ਜਗੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਤੋ ਅਗਲਾ ਜਿਹੜਾ ਸਵਾਲ ਹੈ ਉਹ ਮੈਂ ਪੁੱਛਾਂਗਾ ਵੀਰ ਜੀ ਨੂੰ ਕਿ ਸਰਦਾਰ MP ਸਿੰਘ ਜੀ ਨੂੰ, ਕਿ ਉਹ ਇਹਦਾ ਜਵਾਬ ਦੇ ਪਾਉਣਗੇ ਕਿ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਓ। ਤੋ ਇਹ ਜੋ ਗੁਰਬਾਣੀ ਦੀ ਪੰਕਤੀ ਆਈ ਹੈ, ਇਹਦੇ ਕੀ ਭਾਵ ਹਨ? ਤੋ ਅਗਰ ਉਹ ਸਾਨੂੰ ਕੁਝ ਮਿੰਟਾਂ ਵਿੱਚ ਇਸ ਗੱਲ ਨੂੰ ਸਮਝਾ ਦੇਣ, ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਇਹਦੀ ਇੱਕ ਸੈਕਿੰਡ ਮੈਂ ਡਿਸਪਲੇ ਕਰਵਾ ਦਿਆਂ ਜਰਾ। ਇਹ ਜੋ ਸਵਾਲ ਦੇ ਵਿੱਚ ਜਿਸ ਪੰਕਤੀ ਦਾ ਜ਼ਿਕਰ ਆਇਆ ਹੈ, ਇਹ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਸ੍ਰੀ ਰਾਗ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 84 ਦੇ ਉੱਪਰ। ਲੋਕ ਪਾਠ ਕਰਕੇ ਫਿਰ ਇਸ ਦੇ ਅਰਥਾਂ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਦੇ ਹਾਂ। ਸ਼ਲੋਕ ਮਹਲਾ ਤੀਜਾ। ਕਲੋਂ ਅਸਾਜਨੀ ਕਿਆ ਸਦਾਈਆ, ਹਿਰਦੈ ਹੀ ਲਿਖ ਲਿਓ, ਸਦਾ ਸਾਹਿਬ ਕੈ ਰੰਗ ਰਹਾ, ਕਬਹੂ ਨਾ ਟੂਟਸ नेह। ਕਲੋਂ ਮਸਾਜਨੀ ਜਾਇਸੀ, ਲਿਖਿਆ ਵੀ ਨਾਲੇ ਜਾਏ, ਨਾਨਕ ਸ਼ਹਿ ਪ੍ਰੀਤ ਨਾ ਜਾਇਸੀ, ਜੋ ਗੁਰ ਛੋਡੀ ਸੱਚਾ ਪਾਏ। ਕਲੋਂ ਦਾ ਜੋ ਅਖਰੀ ਅਰਥ ਹੈ ਕਲਮ, ਮਸਾਜਨੀ ਦਾ ਅਰਥ ਹੈ ਦਵਾਤ। ਬਸ ਕਹਿੰਦੇ ਹਨ ਸ਼ਾਹੀ ਨੂੰ, ਕਿ ਜਿਹਦੇ ਅੰਦਰ ਸ਼ਾਹੀ ਰੱਖੀ ਜਾਂਦੀ ਹੈ ਉਹ ਮਸ ਤੋਂ ਮਸਾਜਨੀ, ਜਿਹਦੇ ਅੰਦਰ ਮਸ ਪਈ ਹੁੰਦੀ ਹੈ, ਜਿਹਦੇ ਅੰਦਰ ਸ਼ਾਹੀ ਨੂੰ ਪਾਇਆ ਜਾਂਦਾ, ਉਹ ਦਵਾਤ ਹੋ ਗਈ। ਕਲਮ ਦਵਾਤ ਵੈਸੇ ਵੀ ਗੱਲਬਾਤ ਕਰਦਿਆਂ ਵੀ ਇਹਨਾਂ ਦਾ ਸੰਬੰਧ ਹੁੰਦਾ, ਇਕੱਠੀ ਗੱਲ ਕੀਤੀ ਜਾਂਦੀ ਹੈ, ਕਲਮ ਦਵਾਤ ਲਿਆਓ ਲਿਖਣ ਦੇ ਵਾਸਤੇ। ਉਹ ਇੱਥੇ ਵੀ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਕਲਮ ਮਸਾਜਨੀ ਕਿਆ ਸਦਾਈ ਹੈ, ਇਹ ਕਾਹਦੇ ਵਾਸਤੇ ਮੰਗਾਣੀ ਹੈ, ਸਦਾਈ ਹੈ ਮੰਗਵਾਣੀ, ਕਾਹਦੇ ਵਾਸਤੇ ਉਹਦੀ ਜ਼ਰੂਰਤ ਹੈ। ਹਿਰਦਾ ਹੀ ਲਿਖ ਲਿਓ,
ਆਮ ਤੌਰ ਦੇ ਉੱਤੇ ਅਸੀਂ ਕੋਈ ਚੀਜ਼ ਜ਼ਰੂਰੀ ਹੋਵੇ ਜਿਹੜੀ ਯਾਦ ਰੱਖਣੀ ਚਾਹੁੰਦੇ ਹੋਈਏ ਤੇ ਆਪਣੇ ਯਾਦਦਾਸ਼ਤ ਦੀ ਮਦਦ ਵਾਸਤੇ ਉਸ ਨੂੰ ਅਸੀਂ, ਜੇ ਸਾਨੂੰ ਨੇ ਖਦਸ਼ਾ ਹੋਵੇ ਕਿ ਵੀ ਕੱਲ ਭੁੱਲ ਨਾ ਜਾਏ, ਤਾਂ ਅਸੀਂ ਉਸ ਨੂੰ ਕਿਤੇ ਨੋਟ ਕਰਨਾ ਚਾਹੁੰਦੇ ਹਾਂ। ਉਹਦੇ ਵਾਸਤੇ ਕਲਮ ਦਿਮਾਗ ਦੀ ਜ਼ਰੂਰਤ ਪੈਂਦੀ ਹੈ। ਅੱਜ ਦੇ ਜ਼ਮਾਨੇ ਵਿੱਚ ਵੀ ਲੋਕ ਹੋਰ ਤਰ੍ਹਾਂ ਦੇ ਕਈ ਸਾਧਨ ਯੂਜ਼ ਕਰਦੇ ਹਨ ਆਪਣੀ ਮੈਮਰੀ ਦੀ ਏਡ ਵਾਸਤੇ। ਭਾਵੇਂ ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਬਈ ਅੱਗੇ ਜੋ ਚੀਜ਼ਾਂ ਸਾਨੂੰ ਜ਼ਬਾਨੀ ਯਾਦ ਰਹਿੰਦੀਆਂ ਸੀਗੀਆਂ, ਉਹ ਵੀ ਸਾਰੀਆਂ ਹੁਣ ਅਸੀਂ ਆਪਣੇ ਮੋਬਾਈਲ ਵਿੱਚ ਜਾਂ ਹੋਰ ਡਿਜੀਟਲ ਡਿਵਾਈਸਿਸ ਵਿੱਚ ਨੋਟ ਕਰਕੇ ਰੱਖ ਲੈਂਦੇ ਹਾਂ। ਯਾਦਦਾਸ਼ਤ ਦੇ ਉੱਤੇ ਜ਼ੋਰ ਘੱਟ ਦਿੰਦੇ ਹਾਂ। ਪਰ ਜਿਹੜੀਆਂ ਚੀਜ਼ਾਂ ਸਾਡੇ ਦਿਲ ਦੇ ਬਹੁਤ ਨਜ਼ਦੀਕ ਹੁੰਦੀਆਂ ਹਨ, ਜਿਹਨਾਂ ਦੇ ਨਾਲ ਸਾਡਾ ਗੂੜਾ ਸੰਬੰਧ ਹੁੰਦਾ ਹੈ, ਉਹ ਸਾਨੂੰ ਨੋਟ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਅਸੀਂ ਸਹਿਜੇ ਹੀ ਆਪਣੇ ਚੇਤੇ ਵਿੱਚ ਰੱਖਦੇ ਹਾਂ। ਉਹਦੇ ਵਾਸਤੇ ਸਾਨੂੰ ਕਿਧਰੇ ਹੋਰ ਕਿਸੇ ਨੋਟ ਨੂੰ ਜਾਂ ਕਿਸੇ ਪੁਸਤਕ ਨੂੰ, ਡਾਇਰੀ ਨੂੰ ਰੈਫਰ ਕਰਨ ਦੀ ਲੋੜ ਨਹੀਂ ਪੈਂਦੀ। ਇੱਥੇ ਵੀ ਗੱਲ, ਸਬਜੈਕਟ ਉਹੀ ਚੱਲ ਰਿਹਾ ਹੈ ਕਿ ਪ੍ਰਭੂ ਦੇ ਪਿਆਰ ਦੇ ਵਾਸਤੇ, ਪ੍ਰਭੂ ਦੀ ਗੁਨਾਹ ਦੀ ਸਾਂਝ ਦੇ ਵਾਸਤੇ ਕੀ ਲੋੜ ਹੈ ਕਲਮ ਦਵਾਤ ਦੀ? ਤੇ ਲਿਖ ਕੇ ਰੱਖੋ ਵੀ ਕਿਹੜੇ ਕਿਹੜੇ ਗੁਣ ਨੇ ਪ੍ਰਭੂ ਦੇ, ਹਿਰਦੇ ਹੀ ਲਿਖ ਲਿਓ। ਪ੍ਰਭੂ ਦੇ ਜਿਹੜੀਆਂ ਵਡਿਆਈਆਂ ਨੇ, ਪ੍ਰਭੂ ਦੇ ਗੁਣ ਹਨ, ਉਹ ਤਾਂ ਹਿਰਦੇ ਵਿੱਚ ਹੀ ਲਿਖ ਲਓ। ਉਹਦੇ ਨਾਲ ਤਾਂ ਪਿਆਰ ਦਾ ਇੰਨਾ ਡੂੰਘਾ ਸੰਬੰਧ ਹੋਣਾ ਚਾਹੀਦਾ ਹੈ ਕਿ ਪ੍ਰਭੂ ਦੇ ਗੁਣ ਤਾਂ ਹਿਰਦੇ ਦੇ ਵਿੱਚ ਹੀ ਲਿਖੇ ਹੋਣੇ ਚਾਹੀਦੇ ਹਨ। ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਸਦਾ ਸਾਹਿਬ ਕੇ ਰੰਗ ਰਹਾ ਕਬੂ ਨਾ ਟੁੱਟਸ ਨੇ। ਕਿ ਜੇ ਕੋਈ ਹਮੇਸ਼ਾ ਹੀ ਉਸ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰਹੇ ਤਾਂ ਫਿਰ ਉਹਦੇ ਨਾਲ ਜਿਹੜਾ ਹੈ ਪਿਆਰ ਦਾ ਡੂੰਘਾ ਰਿਸ਼ਤਾ ਜਿਹੜਾ ਹੈ ਇਹ ਕਦੀ ਵੀ ਨਹੀਂ ਮਿਟ ਸਕਦਾ। ਰੰਗ ਦਾ ਅਰਥ ਵੀ ਪਿਆਰ ਹੈ ਤੇ ਨੇਹ ਦਾ ਅਰਥ ਵੀ ਪਿਆਰ ਹੈ। ਉਹ ਮਾਲਕ ਦੇ ਪਿਆਰ ਦੇ ਰੰਗ ਵਿੱਚ ਅਗਰ ਜੇ ਕੋਈ ਰੰਗਿਆ ਹੋ, ਉਹਦੇ ਦਿਲ ਵਿੱਚ ਇੰਨੀ ਡੂੰਘੀ ਤੜਪ ਹੋਵੇ ਪਰਮਾਤਮਾ ਦੇ ਪਿਆਰ ਵਾਸਤੇ, ਤਾਂ ਇਹ ਰਿਸ਼ਤਾ ਕਦੀ ਟੁੱਟਦਾ ਨਹੀਂ ਹੈ। ਪਰ ਇਸ ਦੇ ਉਲਟ ਜੇ ਭਲਾ ਕੋਈ ਸਿਰਫ ਲਿਖੇ ਹੋਏ ਦੇ ਚੀਜ਼ਾਂ ਦੇ ਉੱਤੇ ਹੀ ਭਰੋਸਾ ਕਰੇ ਕਿ ਬਈ ਠੀਕ ਹੈ, ਮੈਨੂੰ ਦਿਲ ਦੇ ਵਿੱਚ ਕੋਈ ਨੋਟ ਕਰਨ ਦੀ, ਦਿਲ ਦੇ ਵਿੱਚ ਵਿਚਾਰ ਰੱਖਣ ਦੀ ਲੋੜ ਨਹੀਂ ਹੈ, ਮੈਂ ਸਿਰਫ ਲਿਖ ਕੇ ਹੀ ਰੱਖ ਲਵਾਂ। ਗੁਰੂ ਸਾਹਿਬ ਅੱਗੇ ਆਰਗੂਮੈਂਟ ਦਿੰਦੇ ਹਨ, ਕਲਮ ਮਸਾਜਨੀ ਜਾਏ ਸੀ ਲਿਖਿਆ ਵੀ ਨਾਲੇ ਜਾ। ਵੀ ਜੇ ਕਲਮ ਦਵਾਤ ਤਾਂ ਜਿਹੜੀ ਹੈ ਉਹ ਨਾਸ਼ ਹੋਣ ਵਾਲੀ ਚੀਜ਼ ਹੈ, ਪਰਮਾਨੈਂਟ ਤਾਂ ਹੈ ਨਹੀਂ ਨਾ ਕਦੀ ਤਾਂ ਕਲਮ ਟੁੱਟ ਜਾਂਦੀ ਹੈ, ਕਦੀ ਦਵਾਤ ਵੀ ਖਤਮ ਹੋ ਜਾਏਗੀ, ਟੁੱਟ ਜਾਏਗੀ। ਤਾਂ ਲਿਖਿਆ ਵੀ ਨਾਲੇ ਜਾਏ, ਜੋ ਉਹਨਾਂ ਦੇ ਨਾਲ ਲਿਖਿਆ ਹੋਇਆ ਹੈ ਉਹਨੇ ਵੀ ਸਮਾਂ ਪਾ ਕੇ ਮਿਟ ਜਾਣਾ ਹੈ, ਗਲ ਜਾਣਾ ਹੈ, ਕਾਗਜ਼ ਨੇ ਵੀ। ਕੋਈ ਇਸ ਕਰਕੇ ਇਹ ਚੀਜ਼ਾਂ ਤਾਂ ਨਾਸ਼ਵਾਨ। ਪਰ ਜਿਹੜਾ ਪਿਆਰ ਦਾ ਡੂੰਘਾ ਸੰਬੰਧ ਹੈ ਉਹ ਕਦੀ ਵੀ ਨਾਸ਼ ਨਹੀਂ ਹੁੰਦਾ। ਨਾਨਕ ਸ਼ਹਿ ਪ੍ਰੀਤ ਨਾ ਜਾਏ ਸੀ ਜੋ ਗੁਰ ਛੋਡੀ ਸੱਚਾ ਪਾਏ। ਗੁਰ ਛੋਡੀ ਸੱਚਾ ਪਾਏ ਤੋਂ ਭਾਵ ਕੀ ਹੈ? ਸੱਚੇ ਨੇ ਧੁਰੋਂ ਪਾ ਛੱਡੀ ਹੈ। ਛੋਡੀ ਲਫ਼ਜ਼ ਦਾ ਜੋ ਅਰਥ ਕਰਨ ਲੱਗਿਆ ਸੰਬੰਧ ਹੈ ਉਹ ਪਾਏ ਦੇ ਨਾਲ ਹੈ। ਧੁਰ ਛੋਡੀ ਸੱਚਾ ਪਾਏ ਮਤਲਬ ਸੱਚੇ ਨੇ ਧੁਰ ਤੋਂ ਪਾ ਛੱਡੀ ਹੈ। ਜਿਹੜੀ ਮਾਲਕ ਦੇ ਨਾਲ ਪ੍ਰੀਤ, ਪਿਆਰ ਦਾ ਜੋ ਸੰਬੰਧ ਮਾਲਕ ਦੇ ਵੱਲੋਂ ਜਿਸ ਹਿਰਦੇ ਦੇ ਵਿੱਚ ਪਾ ਦਿੱਤਾ ਗਿਆ ਹੋਵੇ, ਉਹਦੇ ਅੰਦਰੋਂ ਫਿਰ ਕਦੀ ਵੀ ਉਹ ਪ੍ਰੀਤ ਟੁੱਟਦੀ ਨਹੀਂ ਹੈ, ਨਾਸ਼ ਨਹੀਂ ਹੁੰਦੀ। ਉਹ ਦੁਨਿਆਵੀ ਜਿਹੜੀ ਸਹਾਇਤਾ ਕਰਨ ਵਾਲੀਆਂ ਚੀਜ਼ਾਂ ਨੇ, ਕਲਮ ਦਵਾਤ ਨੇ, ਸ਼ਾਹੀ ਹੈ, ਇਹ ਸਭ ਚੀਜ਼ਾਂ ਨਾਸ਼ਵਾਨ ਨੇ। ਜਿੱਥੇ ਪਿਆਰ ਦਾ ਇੱਕ ਡੂੰਘਾ ਰਿਸ਼ਤਾ ਹੋਵੇ ਉੱਥੇ ਪ੍ਰਭੂ ਦੀ ਵਡਿਆਈਆਂ, ਪ੍ਰਭੂ ਦੇ ਪਿਆਰ, ਪ੍ਰਭੂ ਦੇ ਗੁਣਾਂ ਦੀ ਜੋ ਡਿਟੇਲ ਹੈ, ਜੋ ਉਹ ਗੱਲਾਂ ਹਨ, ਉਹ ਕਦੀ ਵੀ ਨਾਸ਼ ਨਹੀਂ ਹੁੰਦੀਆਂ ਜਿੱਥੇ ਪਿਆਰ ਦਾ ਸੰਬੰਧ ਬਣਿਆ ਹੋਵੇ। ਇਹ ਇਸ ਸ਼ਲੋਕ ਦਾ ਮੈਸੇਜ ਹੈ ਕਿ ਜਿਸ ਵੀ ਇਨਸਾਨ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਧੁਰੋਂ ਪਿਆ ਹੋਵੇ, ਉਹਨੂੰ ਫਿਰ ਹੋਰ ਦੂਜੇ ਸਾਧਨਾਂ ਦੀ, ਕਰਮ ਕਾਂਡਾਂ ਦੀ, ਕੋਈ ਹੋਰ ਦਿਖਾਵੇ ਦੀਆਂ ਚੀਜ਼ਾਂ, ਚਾਹੇ ਕਿਸੇ ਫੋਟੋ ਦੀ ਜਾਂ ਕਿਸੇ ਹੋਰ ਮੂਰਤੀ ਦੀ ਜ਼ਰੂਰਤ ਨਹੀਂ ਪੈਂਦੀ। ਉਹਦੇ ਹਿਰਦੇ ਵਿੱਚ ਹੀ ਪ੍ਰਭੂ ਦੇ ਗੁਣਾਂ ਦਾ ਲੇਖ ਲਿਖਿਆ ਹੁੰਦਾ ਹੈ, ਉਹਨੂੰ ਹੋਰ ਕਿਸੇ ਆਸਰੇ ਦੀ ਲੋੜ ਨਹੀਂ ਪੈਂਦੀ। ਨਹੀਂ ਬਚਨ ਪ੍ਰਵਾਨ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ MP ਸਿੰਘ ਜੀ। ਆਪ ਜੀ ਦਾ ਭਾਵੇਂ ਗਲਾ ਠੀਕ ਨਹੀਂ, ਲੇਕਿਨ ਫਿਰ ਵੀ ਆਪ ਜੀ ਨੇ ਸੇਵਾ ਕੀਤੀ ਹੈ ਔਰ ਬੜੇ ਵਿਸਤਾਰ ਦੇ ਨਾਲ ਇਸ ਗੱਲ ਨੂੰ ਸਾਨੂੰ ਸਮਝਾਇਆ ਹੈ। ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਹੈ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੋਏਗੀ
ਕਿ ਗੁਰਬਾਣੀ ਵੀ ਸਾਨੂੰ ਇਹ ਗੱਲ ਸਮਝਾਈ ਹੈ ਕਿ ਪਰਮਾਤਮਾ ਦੇ ਗੁਣ ਬੇਅੰਤ ਹਨ ਤੇ ਉਹਨਾਂ ਨੂੰ ਭਾਵੇਂ ਕਿੰਨਾ ਵੀ ਜਿਹੜੀ ਹੈ ਸੱਤਾਂ ਸਮੁੰਦਰਾਂ ਦੀ ਸਿਆਹੀ ਇਕੱਠੀ ਕਰ ਲਈ ਹੈ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਕੱਢ ਲਈਏ ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ, ਤਾਂ ਵੀ ਉਹਦੇ ਉੱਤੇ ਪਰਮਾਤਮਾ ਦੇ ਜਿਹੜੇ ਗੁਣ ਉਹ ਨਹੀਂ ਲਿਖੇ ਜਾ ਸਕਦੇ, ਇੰਨੇ ਬੇਅੰਤ ਹਨ। ਹਾਂ, ਇੱਕ ਜਗ੍ਹਾ ਦੇ ਉੱਤੇ ਲਿਖੇ ਜਾ ਸਕਦੇ ਹਨ, ਉਹ ਹੈ ਸਾਡਾ ਮਨ। ਤੇ ਉਸੇ ਮਨ ਦੇ ਵਿੱਚ ਹੀ ਪਰਮਾਤਮਾ ਦੀ ਸਿਫਤ ਸਲਾਹ ਨੂੰ ਲਿਖਣ ਦੀ ਗੱਲ ਜਿਹੜੀ ਹੈ ਉਹ ਪੀਰ ਜੀ ਨੇ ਸਾਨੂੰ ਸਮਝਾਈ ਹੈ ਔਰ ਤੀਜੇ ਪਾਤਸ਼ਾਹ ਨੇ ਸਾਨੂੰ ਇਹਦੇ ਵਿੱਚ ਗੱਲ ਸਮਝਾਈ ਹੈ। ਤੋ ਮੈਂ ਆਪ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਦਾ। ਤੇ ਆਓ ਹੁਣ ਅੱਜ ਇੱਕ ਸਵਾਲ ਅਸੀਂ ਹੋਰ ਲੈ ਸਕਦੇ ਹਾਂ। ਉਹ ਸਵਾਲ ਹੈ ਇਤਿਹਾਸ ਦੇ ਬਾਰੇ। ਜਿਵੇਂ ਵੀਰ ਪ੍ਰਭਕੀਰਤਨ ਸਿੰਘ ਜੀ ਪੁਰਾਣੇ ਜਿਹੜੇ ਇਤਿਹਾਸਕ ਸਰੋਤ ਹਨ ਉਹਨਾਂ ਦੀਆਂ ਸਾਡੇ ਨਾਲ ਲਿਖਤਾਂ ਸਾਂਝੀਆਂ ਕਰ ਰਹੇ ਹਨ ਕਿ ਉਹਨਾਂ ਵਿੱਚੋਂ ਐਨਾਲਿਸਿਸ ਕਰ ਰਹੇ ਹਨ, ਰਿਸਰਚ ਕਰ ਰਹੇ ਹਨ। ਤੇ ਇੱਕ ਹੋਰ ਗ੍ਰੰਥ ਸਾਡੇ ਸਾਹਮਣੇ ਆਇਆ ਹੈ, ਉਹ ਹੈ ਕਿ ਸਰਬਲੋਕ ਗ੍ਰੰਥ, ਜਿਸ ਦਾ ਕਿ ਬੜਾ ਹੀ ਪਾਠ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹਾਂ, ਅਖੰਡ ਪਾਠ ਕਰਦੇ ਹਾਂ, ਜਾਂ ਦਸਮ ਗ੍ਰੰਥ ਦੇ ਵੀ ਅੱਜ ਕੱਲ੍ਹ ਅਖੌਤੀ ਤੌਰ ਦੇ ਉੱਪਰ ਇੱਕ ਪੈਰਲਲ ਜਿਹੜਾ ਹੈ ਉਹ ਗ੍ਰੰਥ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵੀ ਪਠਨ ਪਾਠਨ ਕੀਤੇ ਜਾਂਦੇ ਹਨ। ਤੋ ਇਸ ਤਰ੍ਹਾਂ ਹੀ ਇਹ ਸਰਬਲੋਕ ਗ੍ਰੰਥ ਦੇ ਵੀ ਜਿਹੜੇ ਹਨ ਉਹ ਪਾਠ ਹੁੰਦੇ ਹਨ। ਤੋ ਸਵਾਲਕਰਤਾ ਨੇ ਪੁੱਛਿਆ ਹੈ ਕਿ ਸਰਬਲੋਕ ਗ੍ਰੰਥ ਦਸਮ ਗੁਰੂ ਜੀ ਦੀ ਰਚਨਾ ਹੈ। ਤੋ ਆਓ ਇਸ ਦੇ ਪਿਛੋਕੜ ਵਿੱਚ ਥੋੜਾ ਆਪ ਜੀ ਦੇ ਨਾਲ ਮੈਂ ਵਿਚਾਰ ਸਾਂਝੇ ਕਰਾਂ ਕਿ ਸਰਬਲੋਕ ਗ੍ਰੰਥ ਇੱਕ ਅਜਿਹੀ ਰਚਨਾ ਹੈ ਜਿਸ ਵਿੱਚ ਦੇਵਤਿਆਂ ਅਤੇ ਦਾਨਵਾਂ ਦੀਆਂ ਮਿਥਿਹਾਸਕ ਕਥਾਵਾਂ ਦਾ ਜ਼ਿਕਰ ਹੈ। ਸਮਝਿਆ ਜਾਂਦਾ ਹੈ ਕਿ ਇਸ ਨੂੰ ਕਈ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੇ ਨਾਲ ਜੋੜਦੇ ਹਨ ਔਰ ਵਿਸ਼ੇਸ਼ ਕਰਕੇ ਜਿਹੜੇ ਨਿਹੰਗ ਸਿੰਘ ਹਨ ਉਹ ਇਹਨੂੰ ਬੜੇ ਸਤਿਕਾਰ ਨਾਲ ਇਹਦਾ ਪਾਠ ਕਰਦੇ ਹਨ। ਔਰ ਆਪ ਜੀ ਨੂੰ ਯਾਦ ਹੋਏਗਾ ਕਿ ਜਿਹੜੀ ਕਿਸਾਨ ਮੋਰਚਾ ਦਿੱਲੀ ਵਿੱਚ ਲੱਗਾ ਸੀ, ਉਹਦੇ ਵਿੱਚ ਵੀ ਜਦੋਂ ਇੱਕ ਕਿਸੇ ਵਿਅਕਤੀ ਨੇ ਉੱਥੇ ਇੱਕ ਸਰਬਲੋਕ ਗ੍ਰੰਥ ਦਾ ਜਿਹੜਾ ਪੋਥੀ ਸੀ ਉਸ ਨਾਲ ਥੋੜਾ ਬਹੁਤੀ ਛੇੜਖਾਨੀ ਕੀਤੀ ਤੇ ਉਹਨਾਂ ਨੇ ਉਹਦੇ ਹੱਥ ਤੇ ਪੈਰ ਵੜ ਦਿੱਤੇ ਸਨ। ਤੇ ਇਹ ਉਹੀ ਸਰਬਲੋਕ ਗ੍ਰੰਥ ਹੈ ਜਿਸ ਦੇ ਵਿੱਚ ਨਿਹੰਗ ਜਿਹੜੇ ਬੜੇ ਇਸ ਨੂੰ ਸਤਿਕਾਰ ਦੇ ਨਾਲ ਦੇਖਦੇ ਹਨ। ਸੋ ਇਸ ਗ੍ਰੰਥ ਦੀ ਰਚਨਾ ਬਾਰੇ ਕਈ ਕਾਰਨਾਂ ਕਰਕੇ ਸਿੱਖ ਖੋਜਕਾਰੀਆਂ ਨੇ ਔਰ ਵਿਦਵਾਨਾਂ ਵਿੱਚ ਕਾਫੀ ਮਤਭੇਦ ਪਾਇਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਰਚਨਾ ਦੀ ਸ਼ੈਲੀ ਜਿਹੜੀ ਹੈ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸ਼ੈਲੀ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੀ, ਅਸੰਗਤ ਹੈ। ਔਰ ਇਹ ਦਸਮ ਗ੍ਰੰਥ ਅੰਦਰ ਵੀ ਜਿਹੜੀਆਂ ਕਈ ਰਚਨਾਵਾਂ ਜਿਹੜੀਆਂ ਹਨ ਉਹਨਾਂ ਦੇ ਵੀ ਨਾਲ ਮੇਲ ਨਹੀਂ ਖਾਂਦੀ ਹੈ। ਤੋ ਗੁਣਾਤਮਕ ਪੱਖੋਂ ਵੀ ਇਹ ਸਰਬਲੋਕ ਦੀ ਕਵਿਤਾ ਜਿਹੜੀ ਹੈ ਉਹ ਠੀਕ ਨਹੀਂ ਜਾਪਦੀ ਹੈ। ਔਰ ਇਹਦੇ ਨਾਲ ਹੀ ਗੱਲ ਹੋਰ ਹੈ ਕਿ ਇਸ ਦੇ ਅੰਦਰ ਅਲੰਕਾਰਾਂ ਅਤੇ ਬਿੰਬਾਂ ਦੀ ਵਰਤੋਂ ਵੀ ਇਸ ਵਿੱਚ ਨਹੀਂ ਕੀਤੀ ਗਈ ਹੈ, ਜਿਵੇਂ ਕਿ ਬਾਕੀ ਜਿਹੜੇ ਗ੍ਰੰਥ ਹਨ ਉਹਨਾਂ ਵਿੱਚ ਕੀਤੀ ਜਾਂਦੀ ਹੈ। ਤੋ ਇੱਥੇ ਵਿਦਵਾਨਾਂ ਨੇ ਇਹ ਗੱਲ ਦੱਸੀ ਹੈ ਕਿ ਸਰਬਲੋਕ ਗ੍ਰੰਥ ਦਾ ਲੇਖਕ ਅਕਸਰ ਆਪਣਾ ਨਾਂ ਦਾਸ ਗੋਬਿੰਦ ਜਾਂ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਦੀ ਵਰਤੋਂ ਕਰਦਾ ਹੈ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੈਲੀ ਨਾਲ ਆਮ ਤੌਰ ਤੇ ਜਿਹੜੀ ਕਹੀ ਜਾਂਦੀ ਹੈ ਕਿ ਉਹਨਾਂ ਦੀ ਰਚਨਾ ਉਹਦੇ ਨਾਲ ਵੀ ਮੇਲ ਨਹੀਂ ਖਾਂਦੀ। ਤੀਸਰਾ ਹੈ ਕਿ ਸਰਬਲੋਕ ਗ੍ਰੰਥ ਸੰਦਰਭ ਤੋਂ ਬਿਲਕੁਲ ਬਾਹਰ ਸਿੱਖ ਧਰਮ ਦਾ ਵਰਣਨ ਕਰਦਾ ਹੈ। ਇਸ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਗੁਰਗੱਦੀ ਦੇਣ ਦਾ ਸੰਕੇਤ ਸ਼ਾਮਲ ਹੈ, ਜੋ ਇਸ ਸਰਬਲੋਕ ਗ੍ਰੰਥ ਦੇ 3159 ਤੋਂ ਲਾ ਕੇ 3166 ਪੰਨੇ ਦੇ ਉੱਪਰ ਅੰਕਿਤ ਹੈ। ਇਸ ਤਰ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਰਚਨਾ ਵਿੱਚ ਹੋਣਾ ਸੰਭਵ ਨਹੀਂ ਜਾਪਦਾ। ਅਖੀਰ ਵਿੱਚ ਇਸ ਵਿੱਚ ਰੂਪਦੀਪ ਭਾਸ਼ਾ ਪਿੰਗਲ ਬਾਰੇ ਵੀ ਜ਼ਿਕਰ ਹੈ। ਇਹ ਰਚਨਾ ਪਿੰਗਲ ਬਾਰੇ ਹੈ, ਜਿਸ ਨੂੰ ਗੁਰੂ ਜੀ ਦੇ ਜੋਤੀ ਜੋਤ ਸਮਾਨ ਤੋਂ 11 ਸਾਲਾਂ ਬਾਅਦ ਸਨ 1719 ਵਿੱਚ ਜੈ ਕ੍ਰਿਸ਼ਨ ਨੇ ਲਿਖਿਆ ਸੀ। ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਅੰਦਰ ਇਹ ਪਿੰਗਲ ਵਾਲੀ ਭਾਸ਼ਾ ਜਿਹੜੀ ਹੈ ਰੂਪਦੀਪ, ਇਹ ਉਸ ਵੇਲੇ ਐਗਜ਼ਿਸਟੈਂਸ ਵਿੱਚ ਹੀ ਨਹੀਂ ਸੀ। 19ਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਖੋਜਾਰਥੀ, ਜਿਨ੍ਹਾਂ ਵਿੱਚੋਂ ਪੰਡਤ ਤਾਰਾ ਸਿੰਘ ਨਰੋਤਮ ਜਿਹੜੇ ਹਨ, ਉਹ ਕਹਿੰਦੇ ਹਨ ਕਿ ਸਰਬਲੋਕ ਗ੍ਰੰਥ ਦੀ ਜਿਹੜੀ ਰਚਨਾ ਹੈ ਉਹ ਪਟਨਾ ਸਾਹਿਬ ਵਿਖੇ ਸਥਿਤ ਤਖਤ ਹਰਮੰਦਰ ਸਾਹਿਬ ਦੇ ਗ੍ਰੰਥੀ ਭਾਈ ਸੁੱਖਾ ਸਿੰਘ ਦੀ ਰਚਨਾ ਹੈ, ਜਿਸ ਦਾ ਇਹ ਦਾਅਵਾ ਹੈ ਕਿ ਸੁੱਖਾ ਸਿੰਘ ਦੇ ਮੁਤਾਬਕ ਕਿ ਇਸ ਰਚਨਾ ਦਾ ਖਰੜਾ ਉਸ ਨੂੰ ਜਗਨਨਾਥ ਉੜੀਸਾ ਦੇ ਨੇੜੇ ਜੰਗਲ ਵਿੱਚ ਰਹਿੰਦੇ ਇੱਕ ਉਦਾਸੀ ਸਾਧੂ ਤੋਂ ਪ੍ਰਾਪਤ ਹੋਇਆ ਸੀ।
ਹੁਣ ਤੁਸੀਂ ਅੰਦਾਜ਼ਾ ਲਗਾਓ ਵੀ ਕਿੱਥੋਂ ਉਦਾਸੀ ਸਾਧੂ ਤੋਂ ਇਹ ਖਰੜਾ ਪ੍ਰਾਪਤ ਹੋਇਆ ਜੰਗਲ ਵਿੱਚ। ਤੋ ਇਸ ਦਾ ਸਮਾਂ ਕੋਈ ਹੋਰ ਵੀ ਹੋਵੇ, ਪਰੰਤੂ ਇਹ ਗ੍ਰੰਥ ਪ੍ਰਸਿੱਧ ਹੋ ਗਿਆ ਅਤੇ ਇਸ ਦੇ ਕਈ ਹੱਥ ਲਿਖਤ ਉਤਾਰੇ ਉਪਲਬਧ ਹਨ। ਅੱਜ ਕੱਲ੍ਹ ਇਹ ਨਿਹੰਗ ਸਿੰਘਾਂ ਦੇ ਬੁੱਢਾ ਦਲ ਦੇ ਜਿਹੜੇ ਪਹਿਲੇ ਜਥੇਦਾਰ ਬਾਬਾ ਸੰਤਾ ਸਿੰਘ ਸਨ, ਉਹਨਾਂ ਨੇ ਇਸ ਨੂੰ 2 ਭਾਗਾਂ ਵਿੱਚ ਛਾਪਿਆ ਸੀ। ਇਹ ਵੱਖ-ਵੱਖ ਛੰਦਾਂ ਵਿੱਚ ਇੱਕ ਲੰਮੀ ਰਚਨਾ ਹੈ, ਜਿਸ ਦੇ 4361 ਬੰਦ ਅਤੇ 862 ਪੰਨੇ ਛਪੇ ਹੋਏ ਹਨ। ਲੇਖਕ ਅਨੁਸਾਰ ਇਸ ਦਾ ਵਰਣਨ, ਅਸਲ ਸਰੋਤ ਛੰਦ 2093 और 3312 और 3409 ਸ਼ੁਕਰ ਭਾਸ਼ੇ ਹੈ, ਜੋ ਹਿੰਦੂ ਮਿਥਿਹਾਸ ਦੀ ਇੱਕ ਪੁਰਾਤਨ ਰਚਨਾ ਹੈ। ਇਹ 5 ਭਾਗਾਂ ਵਿੱਚ ਵੰਡੀ ਹੋਈ ਰਚਨਾ ਹੈ। ਭਾਗ ਪਹਿਲੇ ਵਿੱਚ ਸ੍ਰੀ ਮਾਇਆ ਲక్ష్ਮੀ ਦੀ ਉਪਮਾ ਹੈ ਤੇ ਇਸ ਗ੍ਰੰਥ ਦੇ ਸਰਬਲੋਕ ਗ੍ਰੰਥ ਦੇ ਉੱਪਰ ਲక్ష్ਮੀ ਦੀ ਫੋਟੋ ਵੀ ਜਿਹੜੀ ਹੈ ਉਹ ਬਣਾਈ ਹੋਈ ਹੈ ਅਤੇ ਮਹਿਮਾ ਗਾਇਨ ਕੀਤੀ ਹੋਈ ਹੈ, ਜਿਸ ਨੂੰ ਆਦਿ ਭਵਾਨੀ, ਦੁਰਗਾ, ਜਵਾਲਾ, ਕਾਲੀ ਜਾਂ ਕਾਲਕਾ ਅਤੇ ਚੰਡੀ ਰੂਪ ਵਿੱਚ ਵੀ ਵਰਣਨ ਕੀਤਾ ਗਿਆ ਅਤੇ ਇਸ ਨੂੰ ਪੁਰਸ਼, ਹਰੀ ਅਤੇ ਗੋਪਾਲ ਰੂਪ ਵਿੱਚ ਵੀ ਦੇਖਿਆ ਗਿਆ ਹੈ। ਇਸ ਦੇ ਬਹੁਗੁਣੀ ਅਨੇਕਾਂ ਨਾਵਾਂ ਵਿੱਚੋਂ ਇੱਕ ਨਾਂ ਸਰਬਲੋਹ ਵੀ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਾਂਦਾ ਹੈ ਕਿ ਅਕਾਲ ਉਸਤਤ ਵਿੱਚ ਵੀ ਵਰਤਿਆ ਹੈ। ਭਾਗ ਦੂਜੇ ਵਿੱਚ ਵਿਸ਼ਨੂੰ ਨੂੰ ਸਰਬਲੋਹ ਦਾ ਅਵਤਾਰ ਧਾਰਨ ਲਈ ਬੇਨਤੀ ਕੀਤੀ ਹੈ। ਇਹ ਛੰਦ 1167 ਉੱਪਰ ਅੰਕਿਤ ਹੈ, ਪਰੰਤੂ ਭਾਗ 5 ਦੇ ਆਰੰਭ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਰਬਲੋਹ ਮਹਾਕਾਲ ਜਾਂ ਗੋਪਾਲ ਦਾ ਅਵਤਾਰ ਹੈ। ਸਰਬਲੋਹ ਗ੍ਰੰਥ ਦਾ ਕਥਾਨਕ ਚੰਡੀ ਚਰਿੱਤਰ ਨਾਲ ਲਗਭਗ ਮਿਲਦਾ ਹੈ। ਦੇਵਤੇ ਦਾਨਵਾਂ ਤੋਂ ਹਾਰ ਖਾ ਕੇ ਦੇਵੀ ਭਵਾਨੀ ਕੋਲ ਜਾਂਦੇ ਹਨ, ਜਿਹੜੀ ਕਈ ਦਾਨਵਾਂ ਨੂੰ ਮਾਰ ਦਿੰਦੀ ਹੈ। ਇੱਥੋਂ ਤੱਕ ਕਿ ਇਹ ਉਹਨਾਂ ਦੇ ਮੁਖੀ ਭੀਮਨਾਦ ਨੂੰ ਵੀ 7 ਸਾਲ ਦੀ ਲੰਮੀ ਜੰਗ ਵਿੱਚ ਮਾਰ ਦਿੰਦੀ ਹੈ। ਪਿੱਛੋਂ ਭੀਮਨਾਦ ਦਾ ਲੜਕਾ ਵੀਰਯਨਾਦ ਤਾਕਤ ਵਿੱਚ ਆਉਂਦਾ ਹੈ ਅਤੇ ਦੇਵਤਿਆਂ ਦੇ ਵਿਰੁੱਧ ਜੰਗ ਲੜਦਾ ਹੈ। ਇਸ ਸਮੇਂ ਭਗਵਾਨ ਵਿਸ਼ਨੂੰ ਇਹਨਾਂ ਦੀ ਰੱਖਿਆ ਲਈ ਆਉਂਦੇ ਹਨ। ਬ੍ਰਹਮਾ ਅਤੇ ਸ਼ਿਵ ਵੀ ਇਹਨਾਂ ਦੀ ਮਦਦ ਕਰਦੇ ਹਨ, ਪਰੰਤੂ ਵੀਰਯਨਾਦ ਇਸ 12 ਸਾਲ ਦੀ ਲੰਮੀ ਜੰਗ ਵਿੱਚ ਵਿਜੇਤਾ ਨਹੀਂ ਰਹਿੰਦਾ, ਸਗੋਂ ਉਹ ਦੇਵਤਿਆਂ ਦੇ ਰਾਜੇ ਇੰਦਰ ਨੂੰ ਉਸਦੇ ਪੁੱਤਰਾਂ ਸਮੇਤ ਫੜ ਵੀ ਲੈਂਦਾ ਹੈ। ਵਿਸ਼ਨੂੰ ਉਹਨਾਂ ਨੂੰ ਆਜ਼ਾਦ ਕਰਾਉਂਦਾ ਹੈ ਅਤੇ ਇਹਨਾਂ ਨੂੰ ਮਹਾਕਾਲ ਕੋਲ ਲੈ ਕੇ ਚਲਾ ਜਾਂਦਾ ਹੈ, ਜੋ ਉਹਨਾਂ ਦੀ ਬੇਨਤੀ ਤੇ ਸਰਬਲੋਹ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਹੋਰ ਭਿਆਨਕ ਜੰਗਾਂ ਕਰਕੇ ਵੀਰਯਨਾਦ ਅਤੇ ਉਸਦੀ ਸੈਨਾ ਦਾ ਖਾਤਮਾ ਕਰ ਦਿੰਦਾ ਹੈ। ਇਸ ਸਮੇਂ ਕਵੀ ਮਹਾਕਾਵਿ ਨੂੰ ਤਰਕ ਅਤੇ ਤਰਕਹੀਨਤਾ ਵਿਚਕਾਰ ਲੜਾਈ ਦੇ ਤੌਰ ਤੇ ਬਿਆਨਦਾ ਹੈ, ਜਿਸ ਵਿੱਚ ਤਰਕ ਦੀ ਜਿੱਤ ਹੁੰਦੀ ਹੈ। ਤੋ ਇਹ ਮੈਂ ਬਰੀਫ ਜਾਣਕਾਰੀ ਆਪ ਜੀ ਨੂੰ ਮੈਂ ਦੇ ਸਕਿਆ ਹਾਂ। ਤੋ ਇਸ ਨੂੰ ਆਸ ਹੈ ਕਿ ਜਿਨ੍ਹਾਂ ਨੇ ਸਵਾਲ ਪੁੱਛਿਆ ਹੈ ਉਹ ਇਸ ਦਾ ਜਵਾਬ ਉਹਨਾਂ ਨੂੰ ਮਿਲ ਗਿਆ ਹੋਵੇਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਨਹੀਂ ਹੈ। ਇਹ ਗੱਲ ਸਮਝਣ ਵਾਲੀ ਹੈ ਤੇ ਜਿਵੇਂ ਵਿਦਵਾਨਾਂ ਨੇ ਦੱਸਿਆ ਹੀ ਹੈ ਕਿ ਇਸ ਦੇ ਲੇਖਕ ਜਿਹੜੇ ਹਨ ਉਹ ਜਿਹੜੇ ਸੁੱਖਾ ਸਿੰਘ ਗ੍ਰੰਥੀ ਪਟਨਾ ਸਾਹਿਬ ਵਾਲੇ ਹਨ, ਉਹਨਾਂ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਹੈ। ਤੋ ਅੱਜ ਦੀ ਜਿਹੜੇ ਸਵਾਲ ਹਨ ਉਹਦਾ ਵਿਚਾਰ ਕਰਦੇ ਹਾਂ, ਜਵਾਬ ਦਿੰਦੇ ਹਾਂ, ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਤੋ ਉਹਨਾਂ ਦੀ ਮੈਂ ਪੈਨਲ ਦੇ ਮੈਂਬਰਾਂ ਦੇ ਬਿਹਾਫ ਦੇ ਉੱਪਰ ਸਾਧ ਸੰਗਤ ਤੋਂ ਆਪ ਤੋਂ ਖਿਮਾ ਮੰਗਦਾ ਹਾਂ ਔਰ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।